ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪਾਵਰ ਐਂਡ ਪ੍ਰੋਫਿਟ ਇਹ ਗੇਮ ਜਿਹੜੀ ਆ ਕਾਫੀ ਖਤਰਨਾਕ ਗੇਮ ਆ ਔਰ ਜੋ ਵੀ ਇਸ ਗੇਮ 'ਚ ਆਉਂਦੇ ਨੇ ਉਹ ਸਾਰੇ ਹੱਦ ਬੰਨੇ ਪਾਰ ਕਰ ਜਾਂਦੇ ਨੇ। ਐਗਜ਼ਾਮਪਲ, ਡੋਨਲਡ ਟਰੰਪ ਆਪਣੀ ਰੈਲੀ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਪ੍ਰਵਾਸੀ ਅਮਰੀਕਨਸ ਨੂੰ ਮਾਰਦੇ ਨੇ, ਜਾਨੋਂ ਖਤਮ ਕਰਦੇ ਨੇ, ਉਹਨਾਂ ਨੂੰ ਫਾਂਸੀ ਦੇ ਦਿਓ, ਡੈਥ ਪੈਨਲਟੀ। ਅੰਕੜੇ ਕਹਿੰਦੇ ਨੇ ਕਿ ਪ੍ਰਵਾਸੀਆਂ ਦੇ ਨਾਂ ਦੇ ਉੱਤੇ ਇੰਨੇ ਕੇਸ ਦਰਜ ਨਹੀਂ ਹੈਗੇ ਜਿਸ ਹਿਸਾਬ ਨਾਲ ਡੋਨਲਡ ਟਰੰਪ ਗੱਲ ਕਰ ਰਹੇ ਨੇ। ਇਲੈਕਸ਼ਨਸ ਦੇ ਵਿੱਚ ਐਂਟੀ ਮਾਈਗ੍ਰੈਂਟਸ ਇਹ ਮੁੱਦਾ ਲੈ ਕੇ ਤੁਰੇ ਹੋਏ ਨੇ ਡੋਨਲਡ ਟਰੰਪ, ਔਰ ਜਿਉਂ-ਜਿਉਂ ਨਜ਼ਦੀਕ ਆ ਰਹੀਆਂ ਨੇ ਚੋਣਾਂ, ਤਿਉਂ-ਤਿਉਂ ਹੋਰ ਜ਼ਿਆਦਾ ਸਖਤਾਈ ਨਾਲ, ਹੋਰ ਜ਼ਿਆਦਾ ਸਖਤ ਸ਼ਬਦਾਂ ਨਾਲ ਉਹ ਆਪਣੇ ਇਸ ਮੁੱਦੇ ਨੂੰ ਪਬਲਿਕ ਦੇ ਵਿੱਚ ਉਛਾਲਦੇ ਪਏ ਨੇ, ਐਂਟੀ ਮਾਈਗ੍ਰੈਂਟਸ। ਇੰਡੀਆ ਇੰਟਰਨੈਸ਼ਨਲ ਕੁਝ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਡੋਨਲਡ ਟਰੰਪ ਆਪਣੀ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਅਮਰੀਕਾ ਹੁਣ ਇਸ ਨਾਂ ਨਾਲ ਜਾਣਿਆ ਜਾਂਦਾ ਹੈ ਕਿ ਇਸ ਦੇਸ਼ ਨੂੰ ਮਾਈਗ੍ਰੈਂਟਸ ਨੇ ਆਪਣੇ ਕਬਜ਼ੇ 'ਚ ਕਰ ਲਿਆ। ਮਾਈਗ੍ਰੈਂਟਸ ਇੱਥੇ ਆ ਕੇ ਆਪਣਾ ਕਲਚਰ, ਆਪਣੀਆਂ ਵੈਲਿਊਜ਼ ਸਥਾਪਿਤ ਕਰ ਰਹੇ ਨੇ ਔਰ ਅਮਰੀਕਨ ਕਲਚਰ, ਅਮਰੀਕਨ ਸੋਸਾਇਟੀ ਨੂੰ ਨੁਕਸਾਨ ਪਹੁੰਚਾ ਰਹੇ ਨੇ। ਔਰ ਮਾਈਗ੍ਰੈਂਟਸ ਜੋ ਕ੍ਰਾਈਮ ਕਰਦੇ ਨੇ, ਕਿਉਂਕਿ ਉਹਨਾਂ ਦੇ ਆਉਣ ਨਾਲ ਕ੍ਰਾਈਮ ਵੀ ਵੱਧ ਰਿਹਾ ਹੈ ਅਮਰੀਕਾ ਦੇ ਵਿੱਚ। ਹੁਣ ਇਹ ਜੋ ਕ੍ਰਾਈਮ ਕਰਦੇ ਨੇ ਉਹਦੇ ਵਿੱਚ ਕਿਸੇ ਦੀ ਜਾਨ ਲੈਂਦੇ ਨੇ ਤਾਂ ਉਹਨਾਂ ਨੂੰ ਡੈਥ ਸੈਂਟੈਂਸ ਮਿਲਣਾ ਚਾਹੀਦਾ, ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਮੌਤ ਦੀ ਸਜ਼ਾ ਅਮਰੀਕਾ ਦੀ ਧਰਤੀ ਦੇ ਉੱਤੇ ਬੰਦ ਹੋ ਚੁੱਕੀ ਹੈ ਅਕੋਰਡਿੰਗ ਟੂ ਕੌਨਸਟੀਟਿਊਸ਼ਨ, ਬਟ ਰੇਅਰ ਕੇਸਿਸ ਦੇ ਵਿੱਚ ਕਿਤੇ ਨਾ ਕਿਤੇ ਇਸ ਦੀ ਪਰਮਿਸ਼ਨ ਦਿੱਤੀ ਜਾਂਦੀ ਆ। ਪਰ ਇਹ ਬਹੁਤ ਵੱਡੀ ਗੱਲ ਹੈ ਜੋ ਡੋਨਲਡ ਟਰੰਪ ਕਹਿ ਰਹੇ ਨੇ, ਔਰ ਇਸ ਤਰ੍ਹਾਂ ਦੀ ਗੱਲਬਾਤ ਨੇ ਉਹਨਾਂ ਦੀ ਮੁਹਿੰਮ ਨੂੰ ਹੋਰ ਤੇਜ਼ੀ ਬਖਸ਼ੀ ਹੈ। ਜੋ ਲੋਕ ਉਹਨਾਂ ਦੀ ਇਸ ਆਈਡੀਓਲੋਜੀ ਨੂੰ, ਉਹਨਾਂ ਦੀ ਇਸ ਵਿਚਾਰਧਾਰਾ ਨੂੰ ਸਪੋਰਟ ਕਰਦੇ ਨੇ, ਉਹ ਲੋਕ ਚੀਅਰ ਕਰਦੇ ਨੇ, ਸ਼ੋਰ ਪਾ ਕੇ ਉਹਨਾਂ ਦਾ ਵੈਲਕਮ ਕਰਦੇ ਨੇ ਜਦੋਂ ਡੋਨਲਡ ਟਰੰਪ ਇੱਦਾਂ ਦੀ ਗੱਲ ਕਹਿੰਦੇ ਨੇ। ਹੁਣ ਇੱਥੇ ਸਵਾਲ ਇਹ ਬਣਦਾ ਕਿ ਇਲੈਕਸ਼ਨਸ ਜਿੱਤਣ ਵਾਸਤੇ ਤੁਸੀਂ ਕੋਈ ਵੀ ਹੱਦ ਬੰਨਾ ਪਾਰ ਕਰਦੇ ਹੋ। ਪਾਵਰ ਐਂਡ ਪ੍ਰੋਫਿਟ ਦੇ ਗੇਮ ਦੇ ਵਿੱਚ ਤੁਸੀਂ ਇਨਸਾਨੀਅਤ ਨੂੰ ਛਿੱਕੇ ਟੰਗ ਦਿੰਦੇ ਹੋ। ਡਾਟਾ ਕਿਤੇ ਵੀ ਇਹ ਨਹੀਂ ਕਹਿੰਦਾ ਕਿ ਪ੍ਰਵਾਸੀਆਂ ਨੇ ਇੱਦਾਂ ਦੇ ਕ੍ਰਾਈਮ ਕੀਤੇ ਨੇ। ਡਾਟਾ ਇਹ ਵੀ ਨਹੀਂ ਕਹਿੰਦਾ ਕਿ ਪ੍ਰਵਾਸੀਆਂ ਦੇ ਆਉਣ ਨਾਲ ਅਮਰੀਕਾ ਦੀ ਧਰਤੀ ਦੇ ਉੱਤੇ ਕ੍ਰਾਈਮ ਵੱਧ ਗਿਆ। ਕਿਤੇ ਉਹ ਗੱਲ ਕਰਦੇ ਨੇ ਕਿ ਪ੍ਰਵਾਸੀਆਂ ਦੇ ਆਉਣ ਦੇ ਕਰਕੇ ਪ੍ਰਾਪਰਟੀ ਦੇ ਰਾਈਟਸ, ਪ੍ਰਾਪਰਟੀ ਦੇ ਰੇਟਸ, ਉਹਨਾਂ ਦੀ ਗੱਲ ਕਰਦੇ ਨੇ, ਉਹ ਵੱਧਦੇ ਪਏ ਨੇ, ਡਿਸਟਰਬੈਂਸ ਹੁੰਦੀ ਪਈ ਹੈ। ਕਿਤੇ ਉਹ ਗੱਲ ਕਰਦੇ ਨੇ ਕਿ ਮਾਈਗ੍ਰੈਂਟਸ ਦੇ ਆਉਣ ਦੇ ਨਾਲ ਸਰਕਾਰ ਦੇ ਉੱਤੇ ਖਰਚਾ ਵੱਧ ਗਿਆ ਹੈ। ਮਤਲਬ ਇਹ ਕੁਝ ਵੀ ਆਪਣੇ ਇਸ ਮੁੱਦੇ ਨੂੰ ਉਛਾਲਣ ਵਾਸਤੇ ਕੁਝ ਵੀ ਕਿਸੇ ਵੀ ਹੱਦ ਤੱਕ ਬਿਨਾਂ ਇਹ ਸੋਚੇ ਕਿ ਜੋ ਮਾਈਗ੍ਰੈਂਟਸ ਆਏ ਨੇ ਉਹਨਾਂ ਦਾ ਕੰਟਰੀਬਿਊਸ਼ਨ ਕੀ ਆ, ਉਹਨਾਂ ਦੇ ਆਉਣ ਨਾਲ ਅਮਰੀਕਾ ਨੂੰ ਕੀ ਫਾਇਦਾ ਹੋਇਆ, ਉਹਨਾਂ ਦੇ ਆਉਣ ਨਾਲ ਅਮਰੀਕਾ ਦੀ ਇਕੋਨਮੀ ਨੂੰ ਕੀ ਫਾਇਦਾ ਹੋਇਆ। ਇਹ तमाम ਗੱਲਾਂ ਆਪਾਂ ਆਪਣੇ ਪਲੇਟਫਾਰਮ ਤੋਂ ਗੱਲ ਵੀ ਕਰ ਚੁੱਕੇ ਹਾਂ। ਐਲਨ ਮਸਕ, ਉਹ ਵੀ ਤਾਂ ਮਾਈਗ੍ਰੈਂਟ, ਉਹ ਵੀ ਤਾਂ ਕਿਤੇ ਹੋਰੋਂ ਅਮਰੀਕਾ ਦੀ ਧਰਤੀ 'ਤੇ ਆ ਕੇ ਵਸੇ, ਦੁਨੀਆ ਦੇ ਸਭ ਤੋਂ ਅਮੀਰ ਆਦਮੀ। ਹੁਣ ਗੱਲ ਇਹ ਆ ਕਿ ਡੋਨਲਡ ਟਰੰਪ ਦੀ ਜਿਹੜੀ ਪੋਲੀਟੀਕਲ ਪਲੇ ਬੁੱਕ ਹੈ, ਉਹਦਾ ਜਿਹੜਾ ਸਿਲੇਬਸ ਹੈ, ਉਹਦੇ ਮੁਤਾਬਿਕ ਕਿਸ ਚੀਜ਼ ਨੂੰ ਕੀ ਪਰਿਭਾਸ਼ਾ ਦਿੱਤੀ ਜਾਵੇ, ਇਹ ਉਹਨਾਂ ਦੀ ਆਪਣੀ ਮਨਮਾਨੀ ਹੈ। ਕਈ ਵਾਰ ਇਸ ਤਰ੍ਹਾਂ ਦੀਆਂ ਆਬਜੈਕਸ਼ਨੇਬਲ ਪੋਸਟ ਪਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਕਈ ਵਾਰ ਰੈਲੀਜ਼ ਦੇ ਵਿੱਚ ਇੱਦਾਂ ਦੀਆਂ ਗੱਲਾਂ ਕਰਦੇ ਨੇ। ਸੋ ਇਹ ਗੱਲਾਂ ਕਿਸੇ ਵੀ ਤਰ੍ਹਾਂ ਐਕਸੈਪਟੇਬਲ ਨਹੀਂ ਹੈਗੀਆਂ, ਔਰ ਇਸੇ ਕਰਕੇ ਇਹ ਚਰਚਾ ਬਣੀ ਹੋਈ ਆ ਕਿ ਜਦੋਂ ਇਹ ਸੈਕਿੰਡ ਟਾਈਮ ਜੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੇ ਨੇ ਤਾਂ ਉਸ ਵਕਤ ਇਹ ਫਿਰ ਕੀ ਕਰਨਗੇ, ਇਹਨਾਂ ਦੀਆਂ ਕੀ ਪਲਾਨਸ ਨੇ। ਕਿਤੇ ਇਹ ਧਮਕੀਆਂ ਦਿੰਦੇ ਨੇ ਆਫੀਸ਼ੀਅਲਸ ਨੂੰ, ਬਿਊਰੋਕਰੇਟਸ ਨੂੰ, ਆਫਿਸਰਸ ਨੂੰ। ਕਿਤੇ ਉਹ ਕਹਿੰਦੇ ਨੇ ਕਿ ਇੱਕ ਲਿਸਟ ਹੈ ਦੁਸ਼ਮਣਾਂ ਦੀ। ਹੁਣ ਇਹ ਦੁਸ਼ਮਣ ਕੌਣ ਨੇ ਜਿਨ੍ਹਾਂ ਦੇ ਉੱਤੇ ਕਾਰਵਾਈ ਕਰਨੀ ਹੈ? ਖੈਰ, ਇਹ ਅਮਰੀਕਾ ਦੀ ਸਿਕਿਉਰਿਟੀ ਨੂੰ
ਕੋਈ ਦੁਸ਼ਮਣ ਨੇ, ਅਮਰੀਕਾ ਦੇ ਕਨਸਟੀਟਿਊਸ਼ਨ ਨੂੰ ਕੋਈ ਦੁਸ਼ਮਣ ਨੇ, ਜਾਂ ਡੋਨਲਡ ਟਰੰਪ ਦੀ ਇੱਕ ਪਰਸਨਲ ਰਾਏ ਹੈ, ਜਾਂ ਉਹਨਾਂ ਨੂੰ ਇਦਾਂ ਲੱਗਾ ਕਿ ਜਦੋਂ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਸੀਗੇ ਆਪਣੇ ਫਸਟ ਟਰਮ ਦੇ ਵਿੱਚ, ਉਦੋਂ ਇਹਨਾਂ ਲੋਕਾਂ ਨੇ ਆ ਗਲਤੀਆਂ ਕੀਤੀਆਂ, ਜਾਂ ਜਦੋਂ ਉਹ ਨਹੀਂ ਵੀ ਰਹੇ ਤਾਂ ਇਸ ਵਕਤ ਜੋ ਬਾਈਡਨ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ ਤਾਂ ਇਸ ਸਮੇਂ ਦੌਰਾਨ ਉਹ ਇਹ ਚੈੱਕ ਕਰ ਰਹੇ ਨੇ ਕਿ ਕਿਹੜੇ ਲੋਕ ਕਿਹੜੇ ਗੁਨਾਹ ਕਰ ਰਹੇ ਨੇ, ਕਿਹੜੀਆਂ ਗਲਤੀਆਂ ਕਰ ਰਹੇ ਨੇ ਜੋ ਕਿ ਕਾਨੂੰਨਨ ਗਲਤ ਹੈ। ਇਹ तमाम ਗੱਲਾਂ ਉਹਨਾਂ ਦੇ ਖਿਲਾਫ ਜਾਂਦੀਆਂ ਪਈਆਂ ਨੇ ਕਿ ਉਹ ਕਿਸ ਤਰ੍ਹਾਂ ਦਾ ਅਮਰੀਕਾ ਬਣਾਉਣਾ ਚਾਹੁੰਦੇ ਨੇ, ਉਹਨਾਂ ਦਾ ਵਿਜ਼ਨ ਕੀ ਹੋਏਗਾ। ਜੇ ਉਹ ਸੈਕਿੰਡ ਟਾਈਮ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦੇ ਨੇ ਤਾਂ ਅਮਰੀਕਾ ਕਿੱਦਾਂ ਦਾ ਦਿਖਾਈ ਦੇਵੇਗਾ ਦੁਨੀਆ ਦੇ ਨਕਸ਼ੇ ਦੇ ਉੱਤੇ, ਅਮਰੀਕਾ ਦੇ ਵਿੱਚ ਮਾਹੌਲ ਕਿੱਦਾਂ ਦਾ ਹੋਏਗਾ, ਅਮਰੀਕਾ ਦੇ ਵਿੱਚ ਡੈਮੋਕ੍ਰੇਸੀ ਦੀ ਸਥਿਤੀ ਕਿੱਦਾਂ ਦੀ ਹੋਏਗੀ। ਪੂਰੀ ਦੁਨੀਆ ਜੋ ਇਹ ਨਜ਼ਰ ਲਗਾ ਕੇ ਬੈਠੀ ਹੋਈ ਹੈ ਕਿ ਅਮਰੀਕਾ ਦੇ ਵਿੱਚ ਨਵੰਬਰ 5 ਤੋਂ ਬਾਅਦ ਕੀ ਹੋਣਾ ਹੈ, ਤਾਂ ਉਸ ਦਾ ਸਿੱਟਾ ਕੀ ਹੈ। ਇਹ तमाम ਗੱਲਾਂ ਡੋਨਲਡ ਟਰੰਪ ਦੇ ਉੱਤੇ ਇੱਕ ਕੁਐਸਚਨ ਮਾਰਕ ਲਗਾਉਂਦੀਆਂ ਨੇ। ਰੇਸਿਜ਼ਮ ਦੀ ਗੱਲ ਕਰਦੇ ਨੇ, ਜਿਹਦੇ ਵਿੱਚ ਫਿਰ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਸਮਝਦੇ ਹੋ ਦੂਸਰਿਆਂ ਤੋਂ। ਰੇਸਿਜ਼ਮ ਤਾਂ ਹੀ ਹੈ ਕਿ ਤੁਸੀਂ ਦੂਜੇ ਨੂੰ ਕਹਿੰਦੇ ਹੋ ਤੂੰ ਨੀਵਾਂ ਤੇ ਮੈਂ ਉੱਚਾ। ਹੁਣ ਪ੍ਰੈਜ਼ੀਡੈਂਟ ਆਫ ਅਮਰੀਕਾ ਜੇ ਇੱਦਾਂ ਦੀਆਂ ਗੱਲਾਂ ਕਰਦੇ ਨੇ ਤਾਂ ਫਿਰ ਇਹਦਾ ਸ਼ੋਭਾ ਨਹੀਂ ਨਾ ਦਿੰਦੀਆਂ, ਕਿਉਂਕਿ ਇਸ ਦੀ ਇਜਾਜ਼ਤ ਤੇ ਕਨਸਟੀਟਿਊਸ਼ਨ ਆਫ ਅਮਰੀਕਾ ਵੀ ਨਹੀਂ ਦਿੰਦਾ, ਕਿਉਂਕਿ ਉਹ ਵੀ ਸਭ ਨੂੰ ਬਰਾਬਰ ਦੇ ਹੱਕ ਦਿੰਦਾ ਹੈ, ਬਰਾਬਰ ਦੇ ਰਾਈਟਸ। ਇਸੇ ਕਰਕੇ ਹੀ ਤਾਂ ਕਿਹਾ ਜਾਂਦਾ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੋਂ ਮਾਡਰਨ ਡੈਮੋਕ੍ਰੇਸੀ ਦੀ ਸ਼ੁਰੂਆਤ ਹੋਈ, ਕਿਉਂਕਿ ਪਹਿਲਾਂ ਇਹ ਵੀ ਗੁਲਾਮੀ ਭੁਗਤ ਚੁੱਕਾ ਹੈ ਇਹ ਦੇਸ਼, ਇਸ ਨੂੰ ਵੀ ਆਜ਼ਾਦੀ ਮਿਲਦੀ ਹੈ। ਤੇ ਅੱਜ ਤੁਸੀਂ ਆਜ਼ਾਦ ਫਿਜ਼ਾ ਦੇ ਵਿੱਚ ਫਿਰ ਉਹੀ ਗੁਲਾਮੀ ਦੀਆਂ ਗੱਲਾਂ। ਇਹ ਕਿਹੜੀ ਮਾਨਸਿਕਤਾ ਹੈ, ਇਹ ਕਿਹੜੀ ਸਦੀ ਦੀ ਮਾਨਸਿਕਤਾ ਹੈ। ਤੁਸੀਂ ਅਮਰੀਕਾ ਨੂੰ ਕਿਸ ਟਾਈਮ ਦੇ ਵਿੱਚ, ਕਿਸ ਪੀਰੀਅਡ ਦੇ ਵਿੱਚ ਵਾਪਸ ਲੈ ਕੇ ਜਾਣਾ ਚਾਹੁੰਦੇ ਹੋ, ਜਾਂ ਸਿਰਫ ਇਲੈਕਸ਼ਨ ਜਿੱਤਣਾ ਹੀ ਤੁਹਾਡਾ ਮੁੱਦਾ ਹੈ, ਬਿਨਾਂ ਇਹ ਸੋਚੇ ਸਮਝੇ ਕਿ ਤੁਹਾਡੀਆਂ ਇਹ ਗੱਲਾਂ ਲੋਕਾਂ ਦੇ ਮਨਾਂ ਦੇ ਉੱਤੇ ਕੀ ਅਸਰ ਕਰਨਗੀਆਂ, ਯੰਗ ਜਨਰੇਸ਼ਨਸ ਦੇ ਮਨ ਦੇ ਉੱਤੇ ਕੀ ਅਸਰ ਕਰਨਗੀਆਂ। ਜੇ ਤੁਸੀਂ ਇਹ ਇਲੈਕਸ਼ਨ ਜਿੱਤ ਜਾਂਦੇ ਹੋ ਇਸੇ ਤਰ੍ਹਾਂ ਦੀਆਂ ਗੱਲਾਂ ਕਰਕੇ, ਤਾਂ ਫਿਰ ਕਿੱਦਾਂ ਦੀ ਮੁਹਿੰਮ ਚਲਾਓਗੇ, ਕਿੱਦਾਂ ਦੀ ਐਡਮਿਨਿਸਟ੍ਰੇਸ਼ਨ ਹੋਏਗੀ ਤੁਹਾਡੀ, ਔਰ ਉਹਦੇ ਵਿੱਚ ਮਾਈਗ੍ਰੈਂਟਸ ਦੇ ਨਾਲ ਕਿੱਦਾਂ ਦਾ ਸਲੂਕ ਹੋਏਗਾ। ਔਰ ਜਿਹੜਾ ਰੇਸਿਜ਼ਮ ਦੀ ਗੱਲ ਹੁੰਦੀ ਹੈ ਤਾਂ ਦੂਸਰੀ ਰੇਸ ਦੇ ਲੋਕਾਂ ਨਾਲ ਕਿੱਦਾਂ ਦਾ ਸਲੂਕ ਹੋਏਗਾ ਜਿਨ੍ਹਾਂ ਤੋਂ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਕਹਿੰਦੇ ਹੋ। ਇਹ तमाम ਗੱਲਾਂ ਸਾਹਮਣੇ ਆਉਂਦੀਆਂ ਨੇ। ਔਰ ਦੂਜੀ ਗੱਲ, ਜੇ ਤੁਸੀਂ ਨਹੀਂ ਬਣਦੇ, ਕਮਲਾ ਹੈਰਿਸ ਜਿੱਤ ਜਾਂਦੇ ਨੇ, ਤਾਂ ਫਿਰ ਉਸ ਤੋਂ ਬਾਅਦ ਵੀ ਜੋ ਤੁਸੀਂ ਇਹ तमाम ਗੱਲਾਂ ਕਰ ਰਹੇ ਹੋ ਔਰ ਤੁਹਾਡੀਆਂ ਗੱਲਾਂ ਸੁਣ ਕੇ ਜੋ ਲੋਕ ਚੀਖਾਂ ਮਾਰਦੇ ਨੇ, ਖੁਸ਼ੀਆਂ ਦੇ ਵਿੱਚ ਤਾੜੀਆਂ ਮਾਰਦੇ ਨੇ, ਤੁਹਾਡਾ ਸਵਾਗਤ ਕਰਦੇ ਨੇ, ਉਹਨਾਂ ਲੋਕਾਂ ਵਾਸਤੇ ਤੁਸੀਂ ਕਿੱਦਾਂ ਦੀ ਮਾਨਸਿਕਤਾ ਛੱਡ ਕੇ ਜਾਓਗੇ। ਕਿਉਂਕਿ ਤੁਸੀਂ ਕਹਿੰਦੇ ਹੋ ਕਿ ਜੇ ਮੈਂ ਹਾਰ ਗਿਆ ਤਾਂ ਫਿਰ ਅਗਲੀ ਵਾਰ ਮੈਂ ਕੈਂਡੀਡੇਟ ਨਹੀਂ ਬਣਾਂਗਾ, ਮੈਂ ਪ੍ਰੈਜ਼ੀਡੈਂਟ ਆਫ ਅਮਰੀਕਾ ਵਾਸਤੇ ਰੇਸ ਦੇ ਵਿੱਚ ਸ਼ਾਮਿਲ ਨਹੀਂ ਹੋਵਾਂਗਾ। ਫਿਰ ਵੀ ਤੁਹਾਡੀਆਂ ਕੀਤੀਆਂ ਹੋਈਆਂ ਇਹ ਗੱਲਾਂ ਲੋਕਾਂ ਦੇ ਮਨਾਂ ਦੇ ਉੱਤੇ ਕਿੱਦਾਂ ਦੀ ਛਾਪ ਛੱਡਣਗੀਆਂ। ਆਉਣ ਵਾਲੀ ਜਨਰੇਸ਼ਨ ਦੇ ਪੱਲੇ ਤੁਸੀਂ ਕਿਹੜੀ ਸੋਚ ਪਾਉਣ ਲੱਗੇ ਹੋ। ਇਹ ਜ਼ਹਿਰੀਲੀ ਸੋਚ ਲੈ ਕੇ ਇਹ ਆਉਣ ਵਾਲੀ ਯੰਗ ਜਨਰੇਸ਼ਨ ਜਦੋਂ ਵੱਡੀ ਹੋਣੀ ਹੈ, ਇਹਨਾਂ ਨੇ ਜਦੋਂ ਥਾਂ ਦੇ ਉੱਤੇ ਜਾ ਕੇ ਵੱਡੇ ਅਹੁਦੇ ਸੰਭਾਲ ਲਏ ਨੇ, ਤਾਂ ਇਹ ਫਿਰ ਦੂਜੇ ਲੋਕਾਂ ਨਾਲ ਕਿੱਦਾਂ ਦਾ ਸਲੂਕ ਕਰਨਗੇ, ਪ੍ਰਵਾਸੀਆਂ ਨਾਲ ਕਿੱਦਾਂ ਦਾ ਸਲੂਕ ਕਰਨਗੇ। ਰੇਸਿਜ਼ਮ ਦੀ ਸ਼ਿਕਾਰ ਹੋਈ ਇਹ ਸੋਚ ਦੂਜੇ ਲੋਕਾਂ ਨਾਲ ਕਿੱਦਾਂ ਦਾ ਸਲੂਕ ਕਰੇਗੀ। ਇਸ ਕਰਕੇ ਕਹਿੰਦੇ ਨੇ ਕਿ ਇੱਕ ਲੀਡਰ ਨੂੰ ਸਟੇਟਸਮੈਨ ਹੋਣਾ ਚਾਹੀਦਾ। ਕਿਸੇ ਵੀ ਦੇਸ਼ ਨੂੰ ਸਟੇਟਸਮੈਨ ਚਾਹੀਦੇ ਨੇ, ਪੋਲੀਟੀਸ਼ੀਅਨਸ ਨਹੀਂ ਚਾਹੀਦੇ। ਸਟੇਟਸਮੈਨ ਉਹ ਹੁੰਦੇ ਨੇ ਜੋ ਆਉਣ ਵਾਲੀ ਜਨਰੇਸ਼ਨ ਬਾਰੇ ਸੋਚਦੇ ਨੇ, ਔਰ ਪੋਲੀਟੀਸ਼ੀਅਨ ਉਹ ਹੁੰਦੇ ਨੇ ਜੋ ਸਿਰਫ ਆਉਣ ਵਾਲੀਆਂ ਇਲੈਕਸ਼ਨਸ ਬਾਰੇ ਸੋਚਦੇ ਨੇ। ਬਹੁਤ ਵੱਡਾ ਡਿਫਰੈਂਸ ਹੈ। ਦੇयर ਇਜ਼ ਅ ਹੈਲ ਆਫ ਡਿਫਰੈਂਸ। ਆਉਣ ਵਾਲੀਆਂ ਜਨਰੇਸ਼ਨ ਬਾਰੇ ਸੋਚੋ, ਕਿਉਂਕਿ ਮੈਂ ਰਵਾਂ ਨਾ ਰਵਾਂ, ਪਾਰਟੀ ਰਵੇ ਨਾ ਰਵੇ, ਦੇਸ਼ ਰਵੇਗਾ, ਦੇਸ਼ ਦੇ ਲੋਕ ਰਹਿਣਗੇ। ਇਸ ਕਰਕੇ ਦੇਸ਼ ਦੇ ਲੋਕਾਂ ਨੂੰ ਮੈਂ ਹੈਲਦੀ ਸੋਚ ਦੇਵਾਂ। ਮੈਂ ਜਿਸ ਅਹੁਦੇ ਤੇ ਬੈਠਾਂ ਉੱਥੋਂ ਇੱਕ ਪੋਜ਼ਿਟਿਵਿਟੀ ਮੇਰੇ ਦੇਸ਼ ਦੇ ਅੰਦਰ ਜਾਣੀ ਚਾਹੀਦੀ ਹੈ, ਮੇਰੇ ਦੇਸ਼ ਦੇ ਲੋਕਾਂ ਦੇ ਮਨਾਂ ਦੇ ਅੰਦਰ ਜਾਣੀ ਚਾਹੀਦੀ ਹੈ। ਇਹ ਸੋਚ ਸਿਰਫ ਪੋਲੀਟੀਸ਼ੀਅਨ ਬਣ ਕੇ ਸੋਚਣਾ ਕਿ ਨੈਕਸਟ ਇਲੈਕਸ਼ਨ ਜਿੱਤ ਲੈਣਾ, ਫਿਰ ਤਾਂ ਤੁਸੀਂ ਲੀਡਰ ਨਹੀਂ ਹੋ, ਇੱਕ ਇਲੈਕਸ਼ਨ ਜਿੱਤਣ ਵਾਲੀ ਮਸ਼ੀਨ ਹੋ, ਜਿਹਦੀ ਕੋਈ ਭਾਵਨਾ ਨਹੀਂ ਹੈ, ਜਿਹਦੀ ਕੋਈ ਵਿਚਾਰਧਾਰਾ ਨਹੀਂ ਹੈ, ਸਿਰਫ ਇੱਕੋ ਹੀ ਟਾਰਗੇਟ ਹੈ, ਇਲੈਕਸ਼ਨ ਕਿਵੇਂ ਜਿੱਤਣੀ ਹੈ, ਸੱਤਾ ਦੇ ਉੱਤੇ ਕਾਬਜ਼ ਕਿੱਦਾਂ ਹੋਣਾ। ਹੁਣ ਜੇ ਤੁਸੀਂ ਇਸ ਤਰੀਕੇ ਨਾਲ ਸੱਤਾ ਦੇ ਉੱਤੇ ਕਾਬਜ਼ ਕਿੱਦਾਂ ਹੋਣਾ ਹੈ, ਕਾਬਜ਼ ਹੋ ਜਾਂਦੇ ਹੋ, ਸਕਸੈਸ ਐਟ ਐਨੀ ਕਾਸਟ, ਬਾਈ ਹੁੱਕ ਬਾਈ ਕਰੁਕ, ਜੋ ਵੀ ਮਾਈਗ੍ਰੈਂਟਸ ਦੇ ਖਿਲਾਫ ਬੋਲ ਕੇ, ਰੇਸਿਜ਼ਮ ਦੀਆਂ ਗੱਲਾਂ, ਇਹ तमाम ਜੋ ਨੈਗੇਟਿਵਿਟੀ ਆ, ਇਸ ਨਾਲ ਤੁਸੀਂ ਜਿੱਤ ਵੀ ਜਾਂਦੇ ਹੋ। ਉਸ ਤੋਂ ਬਾਅਦ
ਵਾਕਈ ਲੋਕਾਂ ਦੀ ਸੋਚ ਇਹ ਸਹੀ ਹੈ, ਉਹ ਸੋਚਦੇ ਨੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਕਿੱਦਾਂ ਦੀ ਹੋਏਗੀ। ਜੇ ਅਸੀਂ ਇਕੋਨਮੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਐਕਸਪਰਟਸ ਇਹ ਕਹਿ ਚੁੱਕੇ ਨੇ ਕਿ ਅਗਰ ਡੋਨਲਡ ਟਰੰਪ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਤੇ ਅਮਰੀਕਾ ਦੇ ਉੱਤੇ ਜ਼ਿਆਦਾ ਕਰਜ਼ਾ ਹੋ ਸਕਦਾ ਹੈ, $15 ਮਿਲੀਅਨ ਜਾਂ $1 ਟ੍ਰਿਲੀਅਨ ਵਾਟਐਵਰ ਜ਼ਿਆਦਾ ਹੋ ਸਕਦਾ ਹੈ। ਕਮਲਾ ਹੈਰਿਸ ਜੇ ਬਣਦੇ ਨੇ ਤਾਂ ਇੰਨਾ ਕਰਜ਼ਾ ਨਹੀਂ ਹੋ ਸਕਦਾ, ਕਿਉਂਕਿ ਕਿਤੇ ਨਾ ਕਿਤੇ ਕਰਜ਼ੇ ਦੀ ਲੋੜ ਪੈਂਦੀ ਹੈ ਦੇਸ਼ ਨੂੰ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਵਾਸਤੇ। ਖੈਰ, ਬੈਕ ਟੂ ਦ ਪੁਆਇੰਟ, ਜੋ ਇਹ ਗੱਲਾਂ ਨੇ ਤਾਂ ਵਾਕਈ ਇਹ ਸੋਚਣ ਤੇ ਮਜਬੂਰ ਕਰਦੀਆਂ ਨੇ ਕਿ ਕਿਸ ਤਰ੍ਹਾਂ ਦਾ ਤੁਸੀਂ ਅਮਰੀਕਾ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਬਣ ਜਾਂਦੇ ਹੋ ਪ੍ਰੈਜ਼ੀਡੈਂਟ ਆਫ ਅਮਰੀਕਾ ਆਪਣੀ ਸੈਕਿੰਡ ਟਰਮ ਦੇ ਵਿੱਚ। ਔਰ ਤੁਹਾਡੇ ਜਿਹੜੇ ਸਹਿਯੋਗੀ ਨੇ ਉਹ ਇਹ ਕਹਿੰਦੇ ਨੇ ਨਹੀਂ ਐਦਾਂ ਦੇ ਤੇ ਕੋਈ ਗੱਲ ਨਹੀਂ, ਇਹ ਤੇ ਐਵੇਂ ਰਿਊਮਰਸ ਨੇ, ਇਹ ਤੇ ਐਵੇਂ ਵਿਰੋਧੀਆਂ ਨੇ ਗੱਲਾਂ ਬਣਾਈਆਂ ਹੋਈਆਂ ਨੇ, ਇਹ ਤੇ ਐਵੇਂ ਪ੍ਰਚਾਰ ਹੈ ਜੋ ਵਿਰੋਧੀ ਸਾਡੇ ਖਿਲਾਫ ਕਰਦੇ ਨੇ ਤਾਂ ਕਿ ਅਸੀਂ ਇਲੈਕਸ਼ਨਸ ਹਾਰ ਜਾਈਏ। ਬਟ ਰੈਲੀ ਦੇ ਵਿੱਚ ਰਾਈਟ ਫਰੋਮ ਦਾ ਹਾਰਸਿਸ ਮਾਊਥ ਡੋਨਲਡ ਟਰੰਪ ਖੁਦ ਕਹਿ ਰਹੇ ਨੇ ਕਿ ਉਹ ਡੈਥ ਪੈਨਲਟੀ ਇਹ ਤਜਵੀਜ਼ ਕਰਦੇ ਨੇ ਉਹਨਾਂ ਮਾਈਗ੍ਰੈਂਟਸ ਨੂੰ ਜਿਹੜੇ ਅਮਰੀਕਨਸ ਨੂੰ ਜਾਨੋਂ ਮਾਰਦੇ ਨੇ। ਹਾਲਾਂਕਿ ਇੱਦਾਂ ਦੀ ਕੋਈ ਐਗਜ਼ਾਮਪਲ ਤੇ ਮਿਲਦੀ ਨਹੀਂ। ਸੋ ਇਹ तमाम ਗੱਲਾਂ ਕਿਸ ਤਰ੍ਹਾਂ ਦਾ ਮਾਹੌਲ ਬਣਾ ਰਹੀਆਂ ਨੇ ਮਾਈਗ੍ਰੈਂਟਸ ਵਾਸਤੇ, ਪ੍ਰਵਾਸੀਆਂ ਵਾਸਤੇ। ਇਹ ਪ੍ਰਵਾਸੀਆਂ ਨੂੰ ਵੀ ਸੋਚਣਾ ਪੈਣਾ ਜੋ ਅਮਰੀਕਾ ਦੀ ਧਰਤੀ ਤੇ ਰਹਿੰਦੇ ਨੇ, ਉੱਥੇ ਆਪਣੇ ਸੁਪਨੇ ਲੈ ਕੇ ਪਹੁੰਚੇ, ਸੁਪਨੇ ਸੱਚ ਕੀਤੇ, ਸੈਟਲ ਹੋਏ, ਅੱਜ ਆਪਣੇ ਪਰਿਵਾਰਾਂ ਦੇ ਨਾਲ ਉੱਥੇ ਸੈਟਲ ਨੇ, ਅਮਰੀਕਾ ਦੀ ਇਕੋਨਮੀ ਨੂੰ ਕੰਟਰੀਬਿਊਟ ਕਰਦੇ ਨੇ, ਟੈਕਸਿਸ ਦਿੰਦੇ ਨੇ, ਆਪਣੀਆਂ ਸਰਵਿਸਿਜ਼ ਦਿੰਦੇ ਨੇ ਔਰ ਬੜੇ ਪ੍ਰਾਊਡ ਨਾਲ ਕਹਿੰਦੇ ਨੇ ਕਿ ਆਈ ਐਮ ਐਨ ਅਮਰੀਕਨ, ਚਾਹੇ ਉਹ ਭਾਰਤ ਤੋਂ ਜਾ ਕੇ ਉੱਥੇ ਵਸੇ ਨੇ। ਕਿਉਂ? ਕਿਉਂਕਿ ਅਮਰੀਕਾ ਨੇ ਉਹਨਾਂ ਦੇ ਸੁਪਨੇ ਸੱਚ ਕੀਤੇ, ਅਮਰੀਕਾ ਨੇ ਉਹਨਾਂ ਨੂੰ ਉਹ ਸਭ ਕੁਝ ਦਿੱਤਾ ਜੋ ਉਹ ਮਨ ਵਿੱਚ ਸੋਚਦੇ ਰਹੇ ਆਪਣੇ ਵਾਸਤੇ, ਆਪਣੇ ਪਰਿਵਾਰ ਦੇ ਵਾਸਤੇ, ਆਪਣੇ ਫਿਊਚਰ ਨੂੰ ਲੈ ਕੇ ਸਿਕਿਉਰ ਮਹਿਸੂਸ ਕਰਦੇ ਨੇ। ਕਿਉਂ ਨਾ ਕਹਿਣ ਉਹ ਆਈ ਐਮ ਐਨ ਅਮਰੀਕਨ ਵਿਦ ਪ੍ਰਾਊਡ। ਕਿਉਂ? ਕਿਉਂਕਿ ਉਹਨਾਂ ਨੂੰ ਲੈਂਡ ਆਫ ਓਪਰਚੁਨਿਟੀ 'ਤੇ ਜਾ ਕੇ ਆਪਣੀ ਗੁਣਾਂ ਦੇ ਮੁਤਾਬਿਕ ਕੰਮ ਮਿਲਿਆ ਔਰ ਤਰੱਕੀ ਮਿਲੀ। ਔਰ ਸਿਆਣੇ ਕਹਿੰਦੇ ਨੇ ਕਿ ਜਿਸ ਦੇਸ਼ ਵਿੱਚ ਤੁਹਾਡੇ ਗੁਣਾਂ ਦੀ ਕਦਰ ਹੋਵੇ ਔਰ ਤੁਸੀਂ ਆਪਣੇ ਗੁਣਾਂ ਦੇ ਆਧਾਰ ਦੇ ਉੱਤੇ ਤਰੱਕੀ ਕਰ ਸਕੋ, ਤੁਹਾਨੂੰ ਉੱਥੇ ਜ਼ਰੂਰ ਜਾ ਕੇ ਵਸਣਾ ਚਾਹੀਦਾ। ਔਰ ਮੁੱਢ ਕਦੀਮ ਤੋਂ ਹਿਸਟਰੀ ਦੇਖੋ, ਪ੍ਰਵਾਸ ਹੋ ਰਿਹਾ, ਇਨਸਾਨ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦਾ ਰੋਜ਼ਗਾਰ ਦੇ ਤਲਾਸ਼ ਦੇ ਵਿੱਚ, ਜਿਵੇਂ ਪੰਛੀ ਜਾਂਦੇ ਨੇ ਚੋਗ ਦੀ ਤਲਾਸ਼ ਦੇ ਵਿੱਚ, ਚੋਗਾ ਚੁਣਦੇ ਨੇ ਨਾ ਥਾਂ ਥਾਂ 'ਤੇ ਜਾ ਕੇ, ਉਵੇਂ ਹੀ ਇਨਸਾਨ ਹੈ। ਸੋ ਅਮਰੀਕਾ ਦੀ ਧਰਤੀ 'ਤੇ ਆਏ, ਲੈਂਡ ਆਫ ਓਪਰਚੁਨਿਟੀ ਦੇ ਧਰਤੀ 'ਤੇ ਆਏ, ਉਹ ਅੱਜ ਤਰੱਕੀ ਕਰਦੇ ਨੇ, ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਹੋਏ ਨੇ ਔਰ ਅਮਰੀਕਾ ਦੇ ਵਾਸਤੇ ਕੰਮ ਕਰ ਰਹੇ ਨੇ, ਅਮਰੀਕਾ ਦੀ ਸੋਸਾਇਟੀ ਨੂੰ ਰਿਚ ਕਰ ਰਹੇ ਨੇ, ਆਪਣੀਆਂ ਵੈਲਿਊਜ਼ ਵੀ ਦੇ ਰਹੇ ਨੇ ਔਰ ਉੱਥੋਂ ਦੀਆਂ ਵੈਲਿਊਜ਼ ਵੀ ਅਪਣਾ ਰਹੇ ਨੇ। ਔਰ ਫਿਰ ਵੀ ਪ੍ਰਵਾਸੀ, ਫਿਰ ਵੀ ਤੁਸੀਂ ਇਹ ਗੱਲਾਂ ਕਰੋ, ਸੂਟ ਨਹੀਂ ਕਰਦੀਆਂ, ਐਕਸੈਪਟੇਬਲ ਨਹੀਂ ਹੈਗੀਆਂ। ਸੋ ਕਿਤੇ ਨਾ ਕਿਤੇ ਇਹ ਜੋ ਰੈਲੀ ਦੇ ਵਿੱਚ ਗੱਲਾਂ ਕਹੀਆਂ ਜਾਂਦੀਆਂ ਨੇ, ਇਸ ਨੂੰ ਸਾਰੇ ਹੀ ਲੋਕ ਡਿਸਮਿਸ ਕਰਦੇ ਨੇ, ਕਿਉਂਕਿ ਇਹ ਸਬਜੈਕਟ ਹੀ ਇੱਦਾਂ ਦਾ ਹੈ ਕਿ ਇਸ ਨੂੰ ਡਿਸਮਿਸ ਕੀਤਾ ਜਾਏ। ਇਲੈਕਸ਼ਨਸ ਵਾਸਤੇ ਮੁੱਦੇ ਚੁੱਕੋ ਨਾ, ਇਹ ਕੋਈ ਰੀਅਲ ਮੁੱਦੇ ਥੋੜ੍ਹਾ ਨੇ, ਇਹ ਤਾਂ ਐਵੇਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਗੱਲ ਹੈ ਔਰ ਭਾਵਨਾਵਾਂ ਨੂੰ ਭੜਕਾ ਕੇ ਤੁਸੀਂ ਵੋਟ ਬੈਂਕ ਤਿਆਰ ਕਰਦੇ ਹੋ ਔਰ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਤੁਸੀਂ ਕੋਸ਼ਿਸ਼ ਕਰਦੇ ਪਏ ਹੋ। ਦੈਟ ਇਜ਼ ਰੋਂਗ। ਔਰ ਜੇ.ਡੀ. ਵਾਂਸ ਵੀ ਕਿਤੇ ਨਾ ਕਿਤੇ ਤੁਹਾਨੂੰ ਹੀ ਕਾਪੀ ਕਰਦੇ ਨੇ। ਹੀ ਇਜ਼ ਅ ਕਾਪੀ ਕੈਟ ਟੂ ਯੂ। ਜੋ ਤੁਸੀਂ ਕਹੋਗੇ ਉਹਨਾਂ ਨੇ ਉਹੀ ਕਹਿਣਾ। ਸੋ ਇਹ ਚੀਜ਼ਾਂ ਦੁੱਖ ਵੀ ਦਿੰਦੀਆਂ ਨੇ, ਇਹ ਚੀਜ਼ਾਂ ਹਾਰਟ ਵੀ ਕਰਦੀਆਂ ਨੇ ਕਿ ਦਿਸ ਇਜ਼ ਨਾਟ ਐਕਸੈਪਟੇਬਲ। ਸੋ ਆਪਾਂ ਅੱਗੇ ਵਧੀਏ। ਕਮਲਾ ਹੈਰਿਸ ਨੂੰ ਜਦੋਂ ਪੁੱਛਿਆ ਜਾਂਦਾ ਕਿ ਤੁਸੀਂ ਇਹਨਾਂ ਵਿਚਾਰਾਂ ਬਾਰੇ ਕੀ ਸੋਚਦੇ ਹੋ, ਤਾਂ ਉਹ ਇਸ ਦੇ ਬਾਰੇ ਕੋਈ ਵੀ ਡਾਇਰੈਕਟ ਜਵਾਬ ਨਹੀਂ ਦਿੰਦੇ। ਉਹ ਆਪਣੀ ਫੋਰਨ ਪਾਲਿਸੀ ਦੀ ਗੱਲ ਕਰਦੇ ਨੇ, ਆਪਣੀ ਇਮੀਗ੍ਰੇਸ਼ਨ ਪਾਲਿਸੀ ਦੀ ਗੱਲ ਕਰਦੇ ਨੇ, ਕੋਰਟ ਕੇਸਿਸ ਦੀ ਗੱਲ ਕਰਦੇ ਨੇ ਜੋ ਇਹਨਾਂ ਦੀਆਂ ਪਾਲਿਸੀਜ਼ ਨੂੰ ਲੈ ਕੇ ਕੋਰਟ ਦੇ ਵਿੱਚ ਪੈਂਡਿੰਗ ਨੇ, ਲੇਕਿਨ ਇੱਦਾਂ ਦਾ ਕੋਈ ਡਾਇਰੈਕਟ ਆਨਸਰ ਨਹੀਂ ਕਰਦੇ ਬਿਕੋਜ਼ ਉਹ ਵੀ ਅਮਰੀਕਾ ਦੇ ਵਿੱਚ, ਉਹਨਾਂ ਦੇ ਪੇਰੈਂਟਸ ਵੀ ਅਮਰੀਕਾ ਦੇ ਵਿੱਚ ਬਾਹਰੋਂ ਆ ਕੇ ਵਸੇ ਨੇ, ਉਹ ਵੀ ਮਾਈਗ੍ਰੈਂਟ ਨੇ। ਸੋ ਇਹ ਸਭ तमाम ਗੱਲਾਂ ਇਸ ਵਕਤ ਇੱਕ ਚੈਲੰਜ ਪੇਸ਼ ਕਰਦੀਆਂ ਨੇ ਅਮਰੀਕਾ ਦੀ ਡੈਮੋਕ੍ਰੇਸੀ ਦੇ ਲਈ। ਔਰ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਨੇ ਜਿਹਦੇ ਵਿੱਚ ਇਨਵੈਸਟੀਗੇਸ਼ਨ ਜ਼ਰੂਰੀ ਹੈ, ਜਿਹਦੇ ਵਿੱਚ ਟੋਟਲ ਸਟੱਡੀ ਜ਼ਰੂਰੀ ਹੈ ਕਿ ਵਾਕਈ ਮਾਈਗ੍ਰੈਂਟਸ ਦੇ ਖਿਲਾਫ ਕੋਈ ਇੱਦਾਂ ਦੀਆਂ ਕੰਪਲੇਂਟਸ ਹੈਗੀਆਂ ਨੇ, ਇਹ ਜਾਂਚਣ ਦੀ ਲੋੜ ਹੈ। ਔਰ ਸੈਕਿੰਡ, ਜੋ ਡੋਨਲਡ ਟਰੰਪ ਉਹਨਾਂ ਸਾਰੇ ਲੋਕਾਂ ਨੂੰ ਇਨਵੈਸਟੀਗੇਟ ਕਰਵਾਉਣਾ ਚਾਹੁੰਦੇ ਨੇ, ਜੋ ਉਹਨਾਂ ਕੋਲ ਕੋਈ ਫਹਿਰਿਸ਼ਤ ਹੈ, ਕੋਈ ਲਿਸਟ ਹੈ ਉਹਨਾਂ ਦੇ ਕੋਲ, ਜਿਨ੍ਹਾਂ ਨੂੰ ਉਹ ਆਪਣੇ ਰਾਈਵਲਸ ਮੰਨਦੇ ਨੇ,
ਹੁਣ ਉਹ ਲਿਸਟ ਕੀ ਹੈ, ਉਹ ਰਾਈਵਲਸ ਕਿਉਂ ਨੇ ਔਰ ਉਹਨਾਂ ਦੇ ਖਿਲਾਫ ਕਿੱਦਾਂ ਦੀ ਕਾਰਵਾਈ ਹੋਏਗੀ ਜਦੋਂ ਉਹ ਸੈਕਿੰਡ ਟਾਈਮ ਬਣਦੇ ਨੇ, ਸੈਕਿੰਡ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦੇ ਨੇ ਡੋਨਲਡ ਟਰੰਪ, ਤਾਂ ਉਹ ਕੀ ਕਰਨਗੇ। ਸੋ ਇਹ ਬਹੁਤ ਸਾਰੀਆਂ ਕਨਫਿਊਜ਼ਨ ਪੈਦਾ ਕਰਨ ਵਾਲੀਆਂ ਚੀਜ਼ਾਂ ਨੇ ਕਿ ਉਹਨਾਂ ਦੀ ਜਿਹੜੀ ਨੀਤੀ ਹੈ ਡੋਨਲਡ ਟਰੰਪ ਦੀ, ਕੀ ਉਹ ਬਦਲਾ ਲੈਣ ਦੀ ਨੀਤੀ ਹੈ, ਉਹ ਕੀ ਬਦਲਾ ਲੈਣਾ ਚਾਹੁੰਦੇ ਨੇ, ਕਿਸ ਤੋਂ ਬਦਲਾ ਲੈਣਾ ਚਾਹੁੰਦੇ ਨੇ, ਕਿਉਂ ਬਦਲਾ ਲੈਣਾ ਚਾਹੁੰਦੇ ਨੇ, ਵਾਈ ਪਲਾਨਸ ਫॉर ਰਿਵੈਂਜ, ਉਹਨਾਂ ਦੇ ਅੰਦਰ ਕੀ ਚੱਲ ਰਿਹਾ। ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਜੌਬ ਵਾਸਤੇ ਇਸ ਵਕਤ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਸ਼ਾਮਿਲ ਨੇ ਔਰ ਵਾਈਟ ਹਾਊਸ ਦੇ ਵਿੱਚ ਸੈਕਿੰਡ ਟਾਈਮ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਨੇ। ਕਮਲਾ ਹੈਰਿਸ ਔਰ ਉਹ ਡੈਥ ਪੈਨਲਟੀ ਬਾਰੇ ਕੁਝ ਨਹੀਂ ਬੋਲਦੇ ਜੋ ਡੋਨਲਡ ਟਰੰਪ ਬੜਾ ਗੱਜ ਵੱਜ ਕੇ ਬੋਲਦੇ ਨੇ। ਕਮਲਾ ਹੈਰਿਸ ਕੁਝ ਵੀ ਰਿਸਪੌਂਡ ਨਹੀਂ ਕਰਦੇ, ਉਹ ਆਪਣੀਆਂ ਪਾਲਿਸੀਜ਼ ਦੀ ਗੱਲ ਕਰਦੇ ਨੇ, ਆਪਣਾ ਵੋਟ ਬੈਂਕ ਤਿਆਰ ਕਰਨ ਦੀ ਗੱਲ ਕਰਦੇ ਨੇ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਬਲੈਕ ਮੈਨ ਨੇ ਉਹਨਾਂ ਦੇ ਉੱਤੇ ਮੁਝੇ ਕੰਮ ਕਰਨਾ ਪੈ ਰਿਹਾ ਬਿਕੋਜ਼ ਉਹਨਾਂ ਵੋਟਰਸ ਨੂੰ ਮੈਨੂੰ ਤਿਆਰ ਕਰਨਾ ਪੈ ਰਿਹਾ, ਉਹਦੇ ਉੱਤੇ ਆਪਣਾ ਕੰਮ ਕਰਦੇ ਨੇ। ਡੋਨਲਡ ਟਰੰਪ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਨਾਲ ਜੋੜਨਾ ਚਾਹੁੰਦੇ ਨੇ, ਉਹਨਾਂ ਦੀ ਕਾਫੀ ਪਰਸੈਂਟੇਜ ਵੋਟ ਦੀ ਲੈਣਾ ਚਾਹੁੰਦੇ ਨੇ। ਬਟ ਦੇਖੋ ਹੁਣ ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਜੋ ਇਹ ਇਸ ਕਮਿਊਨਿਟੀ ਦੇ ਵੋਟਰਸ ਨੇ ਉਹਨਾਂ ਦੇ ਨਾਲ ਆਉਂਦੇ ਨੇ ਕਿ ਨਹੀਂ ਆਉਂਦੇ, ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਏਗੀ। ਉੱਧਰ ਬਰਾਕ ਓਬਾਮਾ ਵੀ ਮੇਲ ਵੋਟਰਸ ਨੂੰ ਟਾਰਗੇਟ ਕਰ ਰਹੇ ਨੇ ਔਰ ਉਹ ਵੀ ਕਹਿ ਰਹੇ ਨੇ ਕਿ ਕਮਲਾ ਹੈਰਿਸ ਨੂੰ ਸਪੋਰਟ ਕਰੋ। ਤੁਹਾਡੇ ਮਨ ਦੇ ਵਿੱਚ ਜੋ ਵੀ ਗੱਲਾਂ ਬਾਤਾਂ ਹੈਗੀਆਂ ਨੇ, ਜੋ ਵੀ ਨਾਰਾਜ਼ਗੀਆਂ ਨੇ, ਗਿਲੇ ਸ਼ਿਕਵੇ ਨੇ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਕਮਲਾ ਹੈਰਿਸ ਨੂੰ ਸਪੋਰਟ ਕਰੋ ਕਿਉਂਕਿ ਇਹ ਲੇਡੀ ਬਣਦੀ ਹੈ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਇਹ ਤੁਹਾਡੇ ਸੁਪਨਿਆਂ ਦੇ ਵਾਸਤੇ ਕੰਮ ਕਰੇਗੀ। ਇਹਦੇ ਉੱਤੇ ਤੁਸੀਂ ਟਰਸਟ ਕਰ ਸਕਦੇ ਹੋ, ਵਿਸ਼ਵਾਸ ਕਰ ਸਕਦੇ ਹੋ। ਸੋ ਇਹ तमाम ਗੱਲਾਂ ਕਮਲਾ ਹੈਰਿਸ ਔਰ ਬਰਾਕ ਓਬਾਮਾ ਦੀਆਂ ਕੈਂਪੇਨਸ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਔਰ ਇੱਕ ਚੀਜ਼ ਜੋ ਖਾਸ ਤੌਰ ਤੇ ਸਾਹਮਣੇ ਆ ਰਹੀ ਆ ਕਿ ਇਲੈਕਸ਼ਨਸ ਦਾ ਰਿਜ਼ਲਟ ਕੀ ਹੋਏਗਾ। ਜੇ ਇਲੈਕਸ਼ਨ ਦਾ ਰਿਜ਼ਲਟ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਜਾਂਦਾ ਤਾਂ ਫਿਰ ਜਿਹੜੇ ਡੋਨਲਡ ਟਰੰਪ ਦੇ ਖਿਲਾਫ ਕੋਰਟ ਕੇਸਿਸ ਨੇ ਉਹਨਾਂ ਦੇ ਉੱਤੇ ਕੀ ਪ੍ਰਭਾਵ ਪਏਗਾ, ਉਹਨਾਂ ਦੀ ਜਿੱਤ ਦਾ। ਤੇ ਜੇ ਡੋਨਲਡ ਟਰੰਪ ਨਹੀਂ ਜਿੱਤਦੇ ਤਾਂ ਫਿਰ ਉਹਨਾਂ ਦੀ ਹਾਰ ਦਾ ਕੋਰਟ ਦੇ ਕੇਸਿਸ ਦੇ ਉੱਤੇ ਕੀ ਪ੍ਰਭਾਵ ਪਏਗਾ। ਇਹ ਗੱਲਾਂ ਨਾਲ ਚੱਲਦੀਆਂ ਪਈਆਂ ਨੇ। ਨਾਓ ਕਮਲਾ ਹੈਰਿਸ ਦੀ ਗੱਲ ਕਰਦੇ ਹਾਂ ਤਾਂ ਉਹ ਖੁਦ ਲਾਅ ਦੀ ਬੈਕਗਰਾਊਂਡ ਤੋਂ ਨੇ, ਤਾਂ ਇਸ ਕਰਕੇ ਉਹ ਵੀ ਇਸ ਚੀਜ਼ ਨੂੰ ਬਿਹਤਰ ਸਮਝਦੇ ਹੋਣਗੇ ਕਿ ਲਾਅ ਦੀਆਂ ਕੀ ਗੁੰਝਲਾਂ ਨੇ ਤੇ ਇਹਨਾਂ ਗੁੰਝਲਾਂ ਨੂੰ ਸੁਲਝਾਉਣਾ ਕਿਵੇਂ ਹੁੰਦਾ ਹੈ। ਸ਼ੀ ਬੈਟਰ ਅੰਡਰਸਟੈਂਡਸ। ਸੋ ਇਹ ਸਭ ਗੱਲਾਂ ਸਾਹਮਣੇ ਆਉਂਦੀਆਂ ਨੇ। ਔਰ ਜਦੋਂ ਆਪਾਂ ਗੱਲ ਕਰਦੇ ਹਾਂ ਮਾਈਗ੍ਰੈਂਟਸ ਦੀ, ਆਪਾਂ ਗੱਲ ਕੀਤੀ ਹੈ ਐਲਨ ਮਸਕ ਦੀ ਕਿ ਉਹ ਵੀ ਮਾਈਗ੍ਰੈਂਟ ਨੇ ਔਰ ਕਿਤੇ ਨਾ ਕਿਤੇ ਕਮਲਾ ਹੈਰਿਸ ਦੇ ਜੋ ਪੂਰਵਜ ਉੱਥੇ ਆ ਕੇ ਵਸੇ ਅਮਰੀਕਾ ਦੀ ਧਰਤੀ ਦੇ ਉੱਤੇ ਉਹ ਵੀ ਮਾਈਗ੍ਰੈਂਟਸ ਨੇ। ਇਸ ਕਰਕੇ ਉਹ ਮਾਈਗ੍ਰੈਂਟਸ ਦੀ ਸਮੱਸਿਆ ਨੂੰ ਸਮਝਦੇ ਨੇ। ਔਰ ਕਿਤੇ ਨਾ ਕਿਤੇ ਜੋ ਬਾਈਡਨ ਵੀ ਇਹ ਗੱਲ ਕਰਦੇ ਰਹੇ ਨੇ ਕਿ ਮੇਰੇ ਵੀ ਪੂਰਵਜ ਕਿਤੇ ਨਾ ਕਿਤੇ ਭਾਰਤ ਦੀ ਧਰਤੀ ਤੋਂ ਉਹ ਇਹ ਗੱਲ ਕਰਦੇ ਰਹੇ ਨੇ। ਸੋ ਲੈਟ ਅਸ ਸੀ ਕਿ ਉਹਨਾਂ ਦੇ ਕੀ ਕਨੈਕਸ਼ਨਸ ਨੇ ਭਾਰਤ ਦੀ ਧਰਤੀ ਤੱਕ, ਉਹਨਾਂ ਦੀਆਂ ਕੀ ਜੜ੍ਹਾਂ ਨੇ ਜਿਹੜੀਆਂ ਇੱਥੋਂ ਜੁੜੀਆਂ ਹੋਈਆਂ ਨੇ। ਇਹ ਵੀ ਕੇਸ ਸਟੱਡੀ ਹੈ, ਇਹ ਵੀ ਇੱਕ ਮੈਟਰ ਆਫ ਡਿਬੇਟ ਆ। ਸੋ ਐਲਨ ਮਸਕ ਦੇ ਆਪਾਂ ਪੁਆਇੰਟ ਕਰਦੇ ਹਾਂ ਕਿ ਐਲਨ ਮਸਕ ਇੱਕ ਮਾਈਗ੍ਰੈਂਟ ਨੇ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੇ। ਹੁਣ ਉਹ ਰਿਪਬਲਿਕਨਸ ਨੂੰ ਸਪੋਰਟ ਕਰ ਰਹੇ ਨੇ। ਉਹ ਬਾਈਡਨ ਤੋਂ ਕਿਉਂ ਟੁੱਟੇ, ਡੈਮੋਕ੍ਰੇਟਸ ਤੋਂ ਕਿਉਂ ਟੁੱਟੇ, ਉਹਨਾਂ ਦੀ ਸ਼ਿਫਟਿੰਗ ਕਿਉਂ ਹੋਈ ਰਿਪਬਲਿਕਨਸ ਦੇ ਵੱਲ, ਔਰ ਹੁਣ ਉਹ ਰਿਪਬਲਿਕਨਸ ਨੂੰ ਡੋਨੇਟ ਕਿਉਂ ਕਰ ਰਹੇ ਨੇ ਔਰ ਮਿਲੀਅਨ ਡਾਲਰਸ ਔਰ ਕਾਫੀ ਸਮੇਂ ਤੋਂ ਕਰ ਰਹੇ ਨੇ, ਕਿਉਂ ਕਰ ਰਹੇ ਨੇ। ਇਹ ਵੀ ਕੇਸ ਸਟੱਡੀ ਹੈ ਕਿ ਅੰਦਰ ਖਾਤੇ ਕੀ ਗਮ ਹੈ, ਕੀ ਖੇਲ ਕੀ ਚੱਲਦਾ ਪਿਆ। ਨਾਓ ਐਲਨ ਮਸਕ ਤਕਰੀਬਨ 8 ਮਿਲੀਅਨ ਵੋਟਰਸ ਨੂੰ ਲੈ ਕੇ ਆ ਸਕਦੇ ਨੇ ਡੋਨਲਡ ਟਰੰਪ ਦੇ ਹੱਕ ਦੇ ਵਿੱਚ। ਇਹ ਵੀ ਗੱਲ ਕਹੀ ਜਾਂਦੀ ਹੈ ਕਿਉਂਕਿ ਉਹਨਾਂ ਦੀ ਪਾਵਰ ਇੰਨੀ ਹੈਗੀ ਆ। ਮਨੀ ਦੇ ਨਾਲ ਨਾਲ ਉਹਨਾਂ ਕੋਲ ਮੈਨ ਪਾਵਰ ਵੀ ਮੌਜੂਦ ਹੈ। ਸੋ ਇਹ ਪਾਵਰ ਐਂਡ ਪ੍ਰੋਫਿਟ ਦਾ ਜਿਹੜਾ ਖੇਲ ਹੈ ਉਹ ਚੱਲਦਾ ਪਿਆ। ਆਫ ਕੋਰਸ ਜੇ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ ਐਲਨ ਮਸਕ, ਦੇ ਆਪਣਾ ਕੋਈ ਫਾਇਦਾ ਉਹਨਾਂ ਨੂੰ ਦਿਖਦਾ ਹੋਏਗਾ ਨਾ। ਬਿਨਾਂ ਫਾਇਦੇ ਤੋਂ ਕਿਉਂ ਸਪੋਰਟ ਕਰਨਗੇ। ਪੈਸਾ ਲਗਾ ਰਹੇ ਨੇ ਤਾਂ ਬਿਜ਼ਨਸਮੈਨ ਨੇ, ਪੈਸਾ ਲਗਾ ਕੇ ਪੈਸਾ ਕਮਾਇਆ ਜਾਂਦਾ। ਪੈਸਾ ਕੋਈ ਇੱਦਾਂ ਰੋੜਿਆ ਥੋੜ੍ਹਾ ਜਾਂਦਾ ਹੈ। ਜੇ ਉਹ ਡੋਨੇਸ਼ਨਸ ਦੇ ਰਹੇ ਨੇ, ਵਾਈ? ਜੇ ਡੋਨਲਡ ਟਰੰਪ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਸੈਕਿੰਡ ਟਾਈਮ, ਤਾਂ ਫਿਰ ਐਲਨ ਮਸਕ ਨੂੰ ਕੀ ਫਾਇਦਾ ਹੋਏਗਾ। ਇੱਕ ਗੱਲ ਤਾਂ ਹੋ ਹੀ ਚੁੱਕੀ ਹੈ ਕਿ ਫੈਡਰਲ ਰਿਜ਼ਰਵ ਦਾ ਆਡਿਟ ਹੋਇਆ ਕਰੇਗਾ ਔਰ ਇੱਕ ਕਮੇਟੀ ਬਣੇਗੀ, ਕਮਿਸ਼ਨ ਬਣੇਗਾ ਔਰ ਉਹਦਾ ਹੈੱਡ ਹੋਣਗੇ ਐਲਨ ਮਸਕ ਜੋ ਆਡਿਟ ਕਰਨਗੇ ਔਰ ਇਹਦੇ ਨਾਲ $1 ਟ੍ਰਿਲੀਅਨ ਬਚਾਵਾਂਗੇ ਅਸੀਂ। ਇਹ ਡੋਨਲਡ ਟਰੰਪ ਆਫੀਸ਼ੀਅਲੀ ਸਟੇਟਮੈਂਟ ਦੇ ਚੁੱਕੇ ਨੇ। ਸੋ
ਪਾਵਰ ਐਂਡ ਪ੍ਰੋਫਿਟ ਦਾ ਖੇਡ ਚੱਲਦਾ ਹੈ, ਜਿਹਦੇ ਵਿੱਚ ਪੋਲਿਟਿਕਸ ਦਾ ਸਾਰਾ ਪਾਵਰ ਹੈ, ਜਿਹਦੇ ਵਿੱਚ ਕਾਰਪੋਰੇਸ਼ਨਸ ਦਾ ਸਾਰਾ ਪ੍ਰੋਫਿਟ ਹੈ, ਮਨੀ ਹੈ, ਐਵਰੀਥਿੰਗ ਇਜ਼ ਦੇਅਰ। ਸੋ ਪਾਵਰ ਐਂਡ ਪ੍ਰੋਫਿਟ ਦੇ ਖੇਡ ਨੂੰ ਆਪਾਂ ਅੱਗੇ ਲੈ ਕੇ ਚੱਲੀਏ। ਇਸ ਵਕਤ ਕੰਜ਼ਿਊਮਰਸ ਬੜੇ ਸਟਰੋਂਗ ਨੇ। ਇਹ ਕਿਹਾ ਜਾਂਦਾ ਹੈ ਜੋ ਬੜੇ ਬੜੇ ਬੈਂਕ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਕਿ ਚਾਹੇ ਇਕੋਨਮੀ ਹਿੱਲੀ ਹੋਈ ਹੈ, ਪਾਵਰ ਐਂਡ ਪ੍ਰੋਫਿਟ ਦਾ ਖੇਲ ਚੱਲਦਾ ਪਿਆ। ਇਹਦੇ ਵਿੱਚ ਇਕੋਨਮੀ ਜਿਹੜੀ ਆ ਹਜੇ ਡਰ ਨੇ ਇਕੋਨਮੀ ਨੂੰ ਲੈ ਕੇ, ਇਨਵੈਸਟਰਸ ਨੂੰ ਡਰ ਨੇ ਕਿ ਇਲੈਕਸ਼ਨਸ ਦਾ ਰਿਜ਼ਲਟ ਕੀ ਹੋਏਗਾ, ਇਸ ਕਰਕੇ ਵੇਟ ਐਂਡ ਵਾਚ ਔਰ ਪੈਸੇ ਨੂੰ ਪੰਪ ਇਨ ਨਾ ਕਰੋ, ਪੈਸਾ ਨਾ ਲਗਾਓ ਇਕੋਨਮੀ ਦੇ ਵਿੱਚ ਹਜੇ। ਇਸ ਕਰਕੇ ਉਹ ਸਟਾਕ ਮਾਰਕੀਟ ਖੇਡਦੇ ਨੇ, ਸ਼ੇਅਰ ਮਾਰਕੀਟ ਖੇਡਦੇ ਨੇ, ਪਰ ਡਾਇਰੈਕਟ ਇਨਵੈਸਟਮੈਂਟਸ ਤੋਂ ਬਚੇ ਹੋਏ ਨੇ ਬਿਕੋਜ਼ ਇਕਨੋਮਿਕ ਫੀਅਰਸ ਨੇ, ਹਜੇ ਡਰ ਪੈਦਾ ਹੋਏ ਨੇ, ਇਕੋਨਮੀ ਨੂੰ ਦੇਖਦੇ ਪਏ ਨੇ, ਵੇਟ ਐਂਡ ਵਾਚ। ਬਟ ਕੰਜ਼ਿਊਮਰਸ ਸਟਰੋਂਗ ਨੇ, ਖੁੱਲ੍ਹ ਕੇ ਆਪਣਾ ਇੰਜੋਏ ਕਰਦੇ ਨੇ, ਖੁੱਲ੍ਹ ਕੇ ਆਪਣਾ ਪੈਸਾ ਖਰਚਦੇ ਨੇ, ਜਿੰਨਾ ਵੀ ਜਿਹਦੀ ਜੇਬ ਵਿੱਚ ਹੈਗਾ। ਔਰ ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਬਿਗ ਬੈਂਕਸ ਜਿਹੜੇ ਨੇ ਉਹਨਾਂ ਦੀਆਂ ਸਟੇਟਮੈਂਟਸ ਨੇ, ਔਰ ਨਾਲ ਫੈਡਰਲ ਰਿਜ਼ਰਵ ਜੋ ਜੌਬ ਮਾਰਕੀਟ ਨੂੰ ਸਟਰੋਂਗ ਕਰਨ ਵਾਸਤੇ, ਜੌਬ ਮਾਰਕੀਟ ਨੂੰ ਫਿਰ ਤੋਂ ਸਟੇਬਲ ਕਰਨ ਵਾਸਤੇ ਇੰਟਰਸਟ ਆਫ ਰੇਟ ਦੇ ਵਿੱਚ ਕੱਟਸ ਕਰ ਰਿਹਾ ਹੈ। ਦੈਟ ਇਜ਼ ਅ ਡਿਫਰੈਂਟ ਸਟੋਰੀ, ਬਟ ਕਿਤੇ ਨਾ ਕਿਤੇ ਇਹਦੇ ਨਾਲ ਜੁੜਦੀ ਹੈ ਜਦੋਂ ਕੰਜ਼ਿਊਮਰਸ ਨੂੰ ਅਸੀਂ ਸਟਰੋਂਗ ਕਰਦੇ ਹਾਂ, ਕਿਉਂਕਿ ਉਹਨਾਂ ਦੇ ਪੈਸੇ ਬੈਂਕ ਵਿੱਚ ਨੇ, ਉਹਨਾਂ ਦੀ ਇਨਵੈਸਟਮੈਂਟਸ ਜਿਸ ਵੀ ਰੂਪ ਦੇ ਵਿੱਚ ਨੇ, ਇਕੋਨਮੀ ਦੇ ਵਿੱਚ ਉਹਨਾਂ ਦਾ ਪੈਸਾ ਲੱਗਾ ਹੋਇਆ ਹੈ। ਔਰ ਪਲੱਸ ਟੂ ਦੈਟ ਇਹਦੇ ਵਿੱਚ ਵੀ ਮਾਈਗ੍ਰੈਂਟਸ ਜ਼ਰੂਰ ਹੋਣਗੇ ਕਿਉਂਕਿ ਕੰਜ਼ਿਊਮਰ ਹੈ, ਕੰਜ਼ਿਊਮਰ ਕਲਚਰ ਹੈ ਇਸ ਵਕਤ ਹਰ ਥਾਂ ਦੇ ਉੱਤੇ। ਦੈਟ ਇਜ਼ ਵਾਈ ਮਾਈਗ੍ਰੈਂਟਸ ਇੱਥੇ ਵੀ ਇੰਪੋਰਟੈਂਟ ਹੋ ਜਾਂਦੇ ਨੇ। ਨਾਓ ਆਪਾਂ ਅੱਗੇ ਵਧੀਏ। ਸਾਰੀਆਂ ਪਲਾਨਸ ਨੇ ਜੋ ਸੈਕਿੰਡ ਟਰਮ ਵਾਸਤੇ ਡੋਨਲਡ ਟਰੰਪ ਦੀਆਂ, ਉਹਨਾਂ ਨੂੰ ਆਪਾਂ ਵੈਰੀਫਾਈ ਕਰ ਰਹੇ ਹਾਂ। ਔਰ ਇਹਦੇ ਵਿੱਚ ਇੱਕ ਖਾਸ ਕਰਕੇ ਚੀਜ਼ ਆਉਂਦੀ ਹੈ ਕਿ ਸੈਕਿੰਡ ਟਾਈਮ ਜੇ ਉਹ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਅਤੇ ਉਹਨਾਂ ਕੋਲ ਇੱਦਾਂ ਦੀ ਕਿਹੜੀ ਪਾਵਰ ਆ ਜਾਏਗੀ ਜਿਸ ਪਾਵਰ ਦੇ ਨਾਲ ਉਹ ਸਾਰੇ ਖੇਲ ਬਦਲ ਦੇਣਗੇ, ਅਮਰੀਕਾ ਨੂੰ ਇੱਕ ਨਵਾਂ ਰੂਪ ਦੇਣਗੇ, ਇਕੋਨਮੀ ਨੂੰ ਇੱਕ ਨਵਾਂ ਰੂਪ ਦੇਣਗੇ, ਹਿਸਟਰੀ ਤੋਂ ਵਧੀਆ ਜ਼ਿਆਦਾ ਗ੍ਰੇਟ ਬਣਾ ਦੇਣਗੇ ਅਮਰੀਕਾ ਨੂੰ। ਮਤਲਬ ਇੱਦਾਂ ਦੀ ਕਿਹੜੀ ਪਾਵਰ ਆ ਜਾਏਗੀ ਉਹਨਾਂ ਦੇ ਕੋਲ ਸੈਕਿੰਡ ਟਰਮ ਦੇ ਵਿੱਚ। ਔਰ ਕਿਤੇ ਨਾ ਕਿਤੇ ਇਸ਼ਾਰਾ ਫਿਰ ਜਾਂਦਾ ਹੈ 2025 ਪ੍ਰੋਜੈਕਟ ਦੇ ਵੱਲ, ਜੋ ਅਮਰੀਕਾ ਦੇ ਲਈ ਡਿਸਕਸ ਕੀਤਾ ਜਾਂਦਾ ਹੈ ਕਿ 2025 ਦਾ ਪ੍ਰੋਜੈਕਟ ਹੈ ਕਿ ਜਿਸ ਦੇ ਬਾਰੇ ਇੰਨੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੁੰਦੀ ਪਈ ਹੈ। ਨਾਓ ਇਹ ਸਾਰੇ ਮੁੱਦੇ ਨੇ, ਔਰ ਡੋਨਲਡ ਟਰੰਪ ਦਾ ਖਾਸ ਮੁੱਦਾ ਹੈ ਐਂਟੀ ਇਮੀਗ੍ਰੇਸ਼ਨ ਕਹਿ ਲਓ, ਐਂਟੀ ਮਾਈਗ੍ਰੈਂਟਸ ਕਹਿ ਲਓ। ਸੋ ਇਹ ਮੁੱਦਾ ਉਹਨਾਂ ਦਾ ਖਾਸ ਹੈ ਜਿਸ ਦੇ ਉੱਤੇ ਉਹ ਵੋਟ ਬੈਂਕ ਆਪਣਾ ਖੜਾ ਕਰਨਾ ਚਾਹੁੰਦੇ ਨੇ। ਮਾਈਗ੍ਰੈਂਟ ਐਨੇਮੀ, ਇੱਕ ਖਾਸ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਹੋਇਆ ਹੈ, ਮਾਈਗ੍ਰੈਂਟ ਐਨੇਮੀ। ਇੱਥੇ ਵੀ ਦੁਸ਼ਮਣ ਸ਼ਬਦ ਦਾ ਇਸਤੇਮਾਲ ਹੁੰਦਾ ਹੈ। ਨਾਓ ਵਾਰਸ ਦੀ ਗੱਲ ਨਾਲ ਆਪਾਂ ਕਰਾਂਗੇ। ਵਾਰਸ ਚੱਲਦੀਆਂ ਪਈਆਂ ਨੇ ਜਿਨ੍ਹਾਂ ਨੂੰ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਪੋਰਟ ਕਰਦਾ ਹੈ। ਔਰ ਯੂਕਰੇਨ ਰਸ਼ੀਆ ਦੀ ਵਾਰ, ਜ਼ੈਲੈਂਸਕੀ ਆਪਣਾ ਵਿਕਟਰੀ ਪਲਾਨ ਲੈ ਕੇ ਘੁੰਮਦੇ ਫਿਰਦੇ ਨੇ, ਦਿਖਾਉਂਦੇ ਫਿਰਦੇ ਨੇ ਨਾਟੋ ਦੇ ਲੀਡਰਸ ਨੂੰ। ਅੱਜ ਕੱਲ੍ਹ ਫਰਾਂਸ ਗਏ ਹੋਏ ਨੇ, ਉੱਥੇ ਜਾ ਕੇ ਵੀ ਗੱਲਬਾਤ ਕਰਨੀ ਹੈ। ਹਰ ਥਾਂ 'ਤੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਸਕੋਪ ਲੱਗਦਾ ਹੈ ਕਿ ਮੈਂ ਆਪਣੀ ਵਿਕਟਰੀ ਪਲਾਨ ਦਿਖਾ ਕੇ ਸਪੋਰਟ ਲੈ ਸਕਦਾ, ਹਥਿਆਰ ਲੈ ਸਕਦਾ, ਔਰ ਉਹਨਾਂ ਨੂੰ ਹਥਿਆਰਾਂ ਨੂੰ ਵਰਤਣ ਦੀ ਪਰਮਿਸ਼ਨ ਲੈ ਸਕਦਾ ਰਸ਼ੀਆ ਦੇ ਖਿਲਾਫ ਰੈੱਡ ਲਾਈਨ ਜ਼ੋਨ ਦੇ ਅੰਦਰ ਜਾ ਕੇ। ਉਹ ਉੱਥੇ ਜਾਂਦੇ ਨੇ ਜਿੱਥੇ ਜਿੱਥੇ ਉਹਨਾਂ ਨੂੰ ਪੋਸੀਬਿਲਿਟੀ ਦਿਖਦੀ ਹੈ। ਉਹਨਾਂ ਦੀ ਜੋ ਨਾਲ ਥਿੰਕ ਟੈਂਕਸ ਦੀ ਟੀਮ ਆ, ਜਿੱਥੇ ਜਿੱਥੇ ਸੁਜੈਸਟ ਕਰਦੀ ਆ ਉੱਥੇ ਜ਼ਰੂਰ ਜਾਂਦੇ ਨੇ। ਨਾਲ ਮੀਟਿੰਗਸ ਕਰਦੇ ਨੇ ਕਿ ਅਸੀਂ ਆਪਣੇ ਜੋ ਹਥਿਆਰਾਂ ਦੀ ਜ਼ਰੂਰਤ ਹੈ ਉਹਨੂੰ ਆਪਣੇ ਦੇਸ਼ ਵਿੱਚ ਕਿਉਂ ਨਹੀਂ ਪੈਦਾ ਕਰਦੇ, ਲੋਕਲ ਸਪਲਾਈ ਸ਼ੁਰੂ ਹੋ ਜਾਵੇ, ਅਸੀਂ ਆਪਣੀ ਪ੍ਰੋਡਕਸ਼ਨ ਸ਼ੁਰੂ ਕਰ ਲਈਏ। ਇਹਦੇ ਉੱਤੇ ਵੀ ਮੀਟਿੰਗਸ ਕਰਦੇ ਨੇ, ਇਹ ਜਾਣਦੇ ਹੋਏ ਵੀ ਕਿ ਇਕੋਨਮੀ ਦਾ ਕਿਹੜਾ ਹਾਲ ਹੈ ਇਸ ਵਕਤ। 2.5 ਸਾਲ ਤੋਂ ਤੁਸੀਂ ਯੁੱਧ ਵਿੱਚ ਲੱਗੇ ਹੋਏ ਹੋ, ਤੁਹਾਡੀ ਇਕੋਨਮੀ ਦੇ ਵਿੱਚ ਇੰਨਾ ਪੈਸਾ ਹੈ ਕਿ ਤੁਸੀਂ ਆਪਣੀ ਇੱਕ ਲੋਕਲ ਵਾਰ ਦੇ ਵਿੱਚ ਹਥਿਆਰ ਬਣਾਉਣ ਵਾਲੀ ਇੰਡਸਟਰੀ ਡਿਵੈਲਪ ਕਰ ਲਓ, ਔਰ ਉਹ ਵੀ ਇੰਨੀ ਜ਼ਬਰਦਸਤ ਜਿਹੜੀ ਰਸ਼ੀਆ ਨੂੰ ਮੂੰਹ ਤੋੜ ਜਵਾਬ ਦੇ ਸਕੇ। ਤੁਸੀਂ ਡਿਪੈਂਡ ਕਰਦੇ ਹੋ ਨਾਟੋ ਕੰਟਰੀਜ਼ ਦੇ ਉੱਤੇ, ਔਰ ਨਾਟੋ ਕੰਟਰੀਜ਼ ਦੀ ਮਦਦ ਦੇ ਉੱਤੇ, ਔਰ ਨਾਟੋ ਕੰਟਰੀਜ਼ ਦੇ ਹਥਿਆਰਾਂ ਦੇ ਉੱਤੇ, ਖਾਸ ਕਰਕੇ ਅਮਰੀਕਾ ਦੇ ਹਥਿਆਰਾਂ ਦੇ ਉੱਤੇ, ਔਰ ਜਿਨ੍ਹਾਂ ਦੀ ਤੁਹਾਨੂੰ ਲੌਂਗ ਰੇਂਜ ਵੈਪਨਸ ਨੂੰ ਇਸਤੇਮਾਲ ਕਰਨ ਦੀ ਪਰਮਿਸ਼ਨ ਨਹੀਂ ਮਿਲਦੀ ਪਈ। ਸੋ ਇਸ ਵਕਤ ਵਿਕਟਰੀ ਪਲਾਨ ਲੈ ਕੇ ਥਾਂ ਥਾਂ 'ਤੇ ਜਾ ਰਹੇ ਨੇ ਕਿ ਸਪੋਰਟ ਮਿਲਦੀ ਰਹੇ ਔਰ ਯੁੱਧ ਨੂੰ ਚਲਾਈ ਰੱਖੀਏ, ਕਿਉਂਕਿ ਪਲਾਨ ਬੀ ਵੀ ਤਿਆਰ ਹੈ ਉਹਨਾਂ ਦੀ ਨੈਕਸਟ ਈਅਰ ਵਾਸਤੇ। ਪਤਾ ਨਹੀਂ ਉਹ ਕੀ ਰਿਜ਼ਲਟਸ, ਕੀ ਨਤੀਜੇ ਚਾਹੁੰਦੇ ਨੇ। ਪੁਤਿਨ ਨੂੰ ਝੁਕਾਉਣਾ ਚਾਹੁੰਦੇ ਨੇ। ਸਿੱਧੀ ਸਾਦੀ ਗੱਲ ਇਹ ਹੈ, ਹੁਣ ਪੁਤਿਨ ਝੁਕਣਗੇ ਕਿ ਨਹੀਂ ਝੁਕਣਗੇ ਇਹ ਤੇ ਆਉਣ ਵਾਲਾ ਵਕਤ ਦੱਸੇਗਾ, ਕਿਉਂਕਿ ਉਹ ਕਹਿੰਦੇ ਨੇ ਜ਼ੈਲੈਂਸਕੀ ਕਿ ਪੁਤਿਨ ਨੂੰ ਕੋਈ ਵੀ ਪੋਲੀਟੀਕਲ ਸਪੇਸ ਨਹੀਂ ਦੇਣੀ ਉਹਨਾਂ ਦੀਆਂ ਗੱਲਾਂ ਮੰਨ ਕੇ, ਕਿਉਂਕਿ ਜੇ ਉਹਨਾਂ ਦੀਆਂ ਗੱਲਾਂ ਮੰਨਦੇ ਆ ਤਾਂ ਪੋਲੀਟੀਕਲ ਸਪੇਸ ਮਿਲੇਗੀ, ਪੋਲੀਟੀਕਲ ਸਪੇਸ ਮਿਲੇਗੀ ਤਾਂ ਪੁਤਿਨ ਵਾਰ ਨੂੰ ਕੰਟੀਨਿਊ ਕਰ ਸਕਦੇ ਨੇ।
इस करके मैं अपनियां शर्तां दे उत्ते पुतिन नूं सीज़ फायर करवाउणी है और ये मेरी विक्ट्री प्लान है और इस तरह मैं अपने मुताबिक इस गेम नूं जो वॉर दी गेम चलदी पई है इस वक्त एंड कर सकांगा। नाउ इट्स अ ड्रीम, देखो हुण इस ड्रीम का की बनता है। फिलहाल जिथे जिथे जाते हैं हुण देखो उत्थों उत्थों किन्नी सपोर्ट मिलती है उन्होंने, ये तो आने वाला वक्त दसेगा। बट एक्सपर्ट्स कहते हैं कि हुण इन्हों सपोर्ट करने वाले थक चुके हैं, अक चुके हैं, बई होर किन्नी सपोर्ट करिए। और इस वक्त यूनाइटेड नेशनस की जी सालाना सबमिट हुई है उहदे विच ज़ेलेंसकी नाल जिद्दां दा बाकियां दा बिहेवियर रहा, उस बिहेवियर तो पता लगता कि वाकई सपोर्टर्स जिहड़े ने इस वॉर दे और यूक्रेन दे और ज़ेलेंसकी दे वो थक चुके ने, अक चुके ने सपोर्ट कर करके। और इवन ज़ेलेंसकी भी अपनी पॉपुलैरिटी गवा चुके ने अपने देश दे विच, अपने देश के लोगों के विच जिद्दां उन्हां दी पहलां पॉपुलैरिटी सी। हुण बहुत घੱਟ लोग ने जो उन्होंने दिलों सपोर्ट कर रहे हैं इस वॉर नूं लैके, इस युद्ध नूं लैके। सो ये यूक्रेन के हालात ने और इस वक्त जो गाज़ा वॉर हुण लेबनान वॉर वाल जा रही है उहदे विच अक्सर ये हुण गल हुंदी आ कि इजराइल कित्थे जाके बस करेगा, हुण होर किन्ना के इस तरह सरेआम और सामूहिक कतलेआम करेगा। ये एक शब्द बन गया है और एक्सपर्ट्स कहते हैं कि जो लोग इदां दा क्राइम करते पे ने, वॉर क्राइम करते पे ने, उन्होंने जेल विच पा दिओ। इत्थे जेल विच पाउण दी गल हो रही है। जिद्दां डोनाल्ड ट्रंप कहते हैं ना इमीग्रेंट्स उन्हां दे वास्ते डैथ पेनल्टी, उस तरह इन्हां वॉर क्रिमिनल्स वास्ते ये पेनल्टी कि इन्हों जेलों च पा दिता जाए। और ये क्यों कंटिन्यू कर रहे हैं और एक्सपर्ट्स कई मानते हैं कि नेतन्याहू जो प्राइम मिनिस्टर ऑफ इजराइल ने उन्होंने सपोर्ट कर दी है ये चीज़, ये युद्ध, ताकि वो पावर दे विच बने रहन। नाउ द पॉइंट इज़ कि युद्ध दे विच बने रहन वास्ते हुण इजराइल का मुकाबला ईरान नाल हो सकता है क्योंकि ईरान भी इन्वॉल्व हो रहा है और इजराइल की इन्नी किन्नी तगड़ी मिलिटरी पावर हैगी है कि वो ईरान के सामने टिक सके या ईरान नूं मूँह तोड़ जवाब दे सके। इत्थे फिर यूनाइटेड स्टेट्स ऑफ अमेरिका की इन्वॉल्वमेंट होंदी है, उन्हां दी मदद तो बिना खड़ा नहीं रह सकता। सो पूरी दुनिया दे विच चर्चा है इस वॉर की और पूरी दुनिया दे विच निंदा हो रही है इस वॉर की और बड़ी ज़्यादा निंदा हो रही है। जिथों शुरू हुई सी निंदा होनी उस तो किते वध निंदा हो रही है इस युद्ध की, क्योंकि ये युद्ध की गर्मी बाकी सारे मुल्कों के विच भी पहुँचती पई है। अमेरिका दे विच भी कुछ एक इंस्टीट्यूट्स दे विच जिथे फिलिस्तीन और इजराइल की गल होंदी है तो फिलिस्तीन नूं सपोर्ट करने वाले कुछ एक लोग इदां दे ने जिन्होंने अपनी नौकरी तो हथ धोना पिया क्योंकि उन्हां दे विचार फिलिस्तीनियां दे नाल ने। इस तरह दी कई एग्जाम्पल्स पूरी दुनिया दे विच भी मिलदियां ने। उन्हां दे रीजनस कुछ होर लभ लए जांदे ने, उन्होंने नौकरी तो बाहर करन दे रीजनस लभना कोई मुश्किल गल नहीं है कॉरपोरेट वर्ल्ड वास्ते, तो रीजनस कुछ होर लभ लए जांदे ने उन्होंने नौकरी तो बाहर करन दे, पर बेस दे विच यही आउंदा कि तुसी फिलिस्तीन नूं सपोर्ट करदे हो या इजराइल नूं सपोर्ट करदे हो, तुसी फिलिस्तीनियां नूं सपोर्ट करदे हो या यहूदियां नूं सपोर्ट करदे हो, इत्थे आके मुद्दे टिकदे ने। सो आपां ਇਹਦੇ ਵਿੱਚ ਬੱਚਿਆਂ ਦੀ ਗੱਲ ਕਰਾਂਗੇ ਅੱਜ, ਜੋ ਨਿੱਕੇ ਨਿੱਕੇ ਬੱਚੇ ਇਸ ਯੁੱਧ ਦੇ ਵਿੱਚ ਇਨਵੋਲਵ ਨੇ। ਇੱਕ ਤਾਂ ਉਹ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੂੰ ਮਾਵਾਂ ਲੈ ਕੇ ਤੁਰੀਆਂ ਫਿਰਦੀਆਂ ਕਿੱਧਰ ਜਾਈਏ ਤੇ ਕਿੱਧਰ ਨਾ ਜਾਈਏ, ਨਵੇਂ ਜੰਮੇ ਬੱਚੇ, ਕਿਉਂਕਿ ਯੁੱਧ ਦੇ ਵਿੱਚ ਵੀ ਇਸ ਮਾਹੌਲ ਦੇ ਵਿੱਚ ਵੀ ਬੱਚੇ ਤਾਂ ਜਨਮ ਲੈ ਰਹੇ ਨੇ। ਹਸਪਤਾਲਾਂ ਦਾ ਜੋ ਹਾਲ ਹੈ ਅਸੀਂ ਜਾਣਦੇ ਹਾਂ, ਸਕੂਲਾਂ ਦਾ ਜੋ ਹਾਲ ਹੈ ਅਸੀਂ ਜਾਣਦੇ ਹਾਂ, ਇਲਾਜ ਦਾ ਜੋ ਹਾਲ ਹੈ ਅਸੀਂ ਜਾਣਦੇ ਹਾਂ। ਜਿਨ੍ਹਾਂ ਮਰੀਜ਼ਾਂ ਨੂੰ ਆਪਰੇਸ਼ਨਸ ਦੀ ਜ਼ਰੂਰਤ ਹੈ, ਜਿਨ੍ਹਾਂ ਮਰੀਜ਼ਾਂ ਨੂੰ हर तरह के इलाज एडवांस लैवल के इलाज की जरूरत है, उन्होंने की हाल होएगा। उन्होंने को सप्लाई नहीं, उन्होंने मैडिसिनस नहीं, पता नहीं वो गैस सिलेंडर जो ऑक्सीजन दी जाती वो भी मुहैया हो रहे हैं, वो भी सप्लाई हो रहे हैं कि नहीं, नोबडी नोज। और यूनाइटेड नेशनस ऑर्गेनाइजेशन दी टीम्स कित्थे कित्थे जाके हैल्प कर रही ने, हालांकि वो भी गोलियां ते बंबां का शिकार हो रही ने। ये भी न्यूज़ आती है, ये भी अपसैट करती है सानू सारिਆਂ ਨੂੰ। ना उन्होंने बच्चों का की हाल होएगा जो युद्ध के मैदान के भज्जे फिरते हैं, वो कभी स्कूलों नहीं जाते, उन्होंने पता ही नहीं लगता पिया अपनी जान बचाने वास्ते। कुछ घायल हो चुके हैं, कुछ अपाहिज हो चुके हैं, कुछ मापियां नूं खो चुके हैं, गवा चुके हैं, और कुछ अपाहिज भी हो चुके हैं, मापियां नूं भी गवा चुके हैं। ये हालात बच्चों के ने। वैक्सीनेशन की गल आपां अक्सर करते हाँ, 5 लाख तो वध फिलिस्तीनी बच्चे जिन्होंने
ਪੋਲੀਓ ਦੇ ਡ੍ਰੌਪਸ ਦੇਣੇ ਨੇ, ਉਹਦੇ ਵਾਸਤੇ ਵੀ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੇ ਅਪੀਲ ਕੀਤੀ ਸੀ ਤੇ ਵਿੱਚ ਯੁੱਧ ਰੁਕਦਾ ਹੈ ਤੇ ਉਹ ਥਾਂ ਦੱਸੀ ਜਾਂਦੀ ਕਿ ਉੱਥੇ ਆ ਕੇ ਪੋਲੀਓ ਡ੍ਰੌਪਸ ਲੈ ਲਓ, ਉੱਥੇ ਆ ਕੇ ਪੋਲੀਓ ਡ੍ਰੌਪਸ ਲੈ ਲਓ। ਹੁਣ ਗੱਲ ਇਹ ਹੈ ਕਿ ਇਸ ਸਥਿਤੀ ਦੇ ਵਿੱਚ, ਇਹਨਾਂ ਹਾਲਾਤਾਂ ਦੇ ਵਿੱਚ ਕੌਣ ਜਾਏਗਾ ਪੋਲੀਓ ਡ੍ਰੌਪਸ ਲੈਣ? ਔਰ ਜਿੱਥੇ ਬੰਬ ਫਟਦੇ ਪਏ ਨੇ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਵੋਲੰਟੀਅਰਸ ਦੇ ਉੱਤੇ ਵੀ ਅਟੈਕਸ ਹੋ ਜਾਂਦੇ ਨੇ, ਉਹ ਵੀ ਲਪੇਟ ਵਿੱਚ ਆ ਜਾਂਦੇ ਨੇ ਇਸ ਯੁੱਧ ਦੀ। ਉਹ ਕਿੱਥੇ ਤੇ ਕਿੱਥੇ ਜਾ ਕੇ ਮਦਦ ਕਰਨਗੇ ਤੇ ਕਿੱਥੇ ਕਿੱਥੇ ਜਾ ਕੇ ਪੋਲੀਓ ਡ੍ਰੌਪਸ ਦੇਣਗੇ। ਮਾਹੌਲ ਜ਼ਰਾ ਆਪਾਂ ਇਮੈਜਿਨ ਕਰਕੇ ਦੇਖੀਏ ਕਿੰਨਾ ਖਤਰਨਾਕ ਹੋਏਗਾ। ਪਤਾ ਨਹੀਂ ਕਿਸ ਵਕਤ ਕਿੱਥੋਂ ਕਿਹੜੀ ਮਿਜ਼ਾਈਲ ਆ ਕੇ ਕਿੱਥੇ ਫਟ ਜਾਏਗੀ ਔਰ ਉਹਦਾ ਕੀ ਨਤੀਜਾ ਹੋਏਗਾ। ਐਸੇ ਮਾਹੌਲ ਦੇ ਵਿੱਚ ਉਹ ਬੱਚਿਆਂ ਦੀ ਮਾਨਸਿਕਤਾ ਕੀ ਹੈ, ਕਿਸ ਸੋਚ ਦੇ ਨਾਲ ਉਹ ਵੱਡੇ ਹੁੰਦੇ ਪਏ ਨੇ, ਕਿੱਦਾਂ ਡਰ ਸਹਿਮ ਉਹਨਾਂ ਦੇ ਦਿਮਾਗ ਦੇ ਉੱਤੇ ਕੀ ਹਾਲਤ ਹੋਏਗੀ, ਸਾਈਕੋਲੋਜੀਕਲੀ ਕਿੰਨਾ ਸਟ੍ਰੈਸ ਹੋਏਗਾ, ਕਿੱਦਾਂ ਡਰੇ ਹੋਏ ਨਿੱਕੇ ਨਿੱਕੇ ਬੱਚੇ ਰੋਂਦੇ ਕੁਰਲਾਉਂਦੇ, ਉਹ ਕਿੱਦਾਂ ਵੱਡੇ ਹੋ ਰਹੇ ਨੇ, ਇਹ ਕਿੱਦਾਂ ਦਾ ਬਚਪਨ ਹੈ ਔਰ ਇਸ ਬਚਪਨ ਦੀ ਜਵਾਨੀ ਕਿੱਦਾਂ ਦੀ ਹੋਏਗੀ। ਇਹ ਚੀਜ਼ਾਂ ਸੋਚਣ ਵਾਲੀਆਂ ਨੇ। ਪਾਵਰ ਐਂਡ ਪ੍ਰੋਫਿਟ ਦਾ ਖੇਲ ਇਹ ਸਭ ਨਹੀਂ ਸੋਚਦਾ। ਸੱਤਾ ਦਾ ਨਸ਼ਾ ਜਿਨ੍ਹਾਂ ਨੂੰ ਹੁੰਦਾ ਹੈ ਉਹ ਹਮੇਸ਼ਾ ਸੱਤਾ ਦੇ ਨਸ਼ੇ ਦੇ ਵਿੱਚ ਧੁੱਤ ਰਹਿੰਦੇ ਨੇ ਔਰ ਉਸ ਸੱਤਾ ਦੇ ਉੱਤੇ ਕਾਬਜ਼ ਰਹਿਣਾ ਚਾਹੁੰਦੇ ਨੇ, ਉਸ ਨਸ਼ੇ ਵਿੱਚ ਹਮੇਸ਼ਾ ਧੁੱਤ ਰਹਿਣਾ ਚਾਹੁੰਦੇ ਨੇ। ਉਹਨਾਂ ਨੂੰ ਬੱਚਿਆਂ ਦੀਆਂ ਚੀਖਾਂ ਸੁਣਾਈ ਨਹੀਂ ਦਿੰਦੀਆਂ, ਲੋਕਾਂ ਦੀਆਂ ਤਕਲੀਫਾਂ ਦਿਖਾਈ ਨਹੀਂ ਦਿੰਦੀਆਂ। ਸੋ ਇਹ ਹੁਣ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ। ਇੱਥੇ ਬਾਰ-ਬਾਰ ਗੱਲ ਇਹ ਆਉਂਦੀ ਆ ਕਿ ਫਿਊਚਰ ਕੀ ਹੋਏਗਾ। ਫਿਲਿਸਤੀਨ ਨੂੰ ਹੱਕ ਹੈ ਕਿ ਉਹ ਆਪਣੇ ਬਚਾਅ ਵਾਸਤੇ ਲੜੇ ਕਿਉਂਕਿ ਇਜ਼ਰਾਈਲ ਹਮਲਾ ਕਰਦਾ ਹੈ। ਫਿਰ ਉੱਥੇ ਰੈਫਰੈਂਸ ਦਿੱਤੀ ਜਾਂਦੀ ਹੈ ਹਮਾਸ ਦੀ। 7 ਅਕਤੂਬਰ ਦੀ ਸ਼ੁਰੂਆਤ ਕਿਹਨੇ ਕੀਤੀ? ਹੁਣ ਸ਼ੁਰੂਆਤ ਕੀਤੀ ਹਮਾਸ ਨੇ, ਹਿਜ਼ਬੁੱਲਾ ਨੇ, ਪਰ ਉਹਦਾ ਜਵਾਬ ਇਹ ਹੈ ਕਿ ਤੁਸੀਂ ਜੈਨੋਸਾਈਡ ਕਰੋ, ਤੁਸੀਂ ਸਮੂਹਿਕ ਹੱਤਿਆ ਕਰ ਦਿਓ। ਜਿਹੜੇ ਮਾਰੇ ਜਾ ਰਹੇ ਨੇ ਬੱਚੇ, ਜਿਹੜੇ ਮਾਰੇ ਜਾ ਰਹੇ ਨੇ ਲੋਕ, ਉਹ ਤਾਂ ਉਹਦੇ ਵਿੱਚ ਇਨਵੋਲਵ ਨਹੀਂ ਨਾ ਹੈਗੇ ਜੋ ਹਮਾਸ ਕਰਦਾ ਹੈ ਜਾਂ ਹਿਜ਼ਬੁੱਲਾ ਕਰਦਾ ਹੈ। ਔਰ ਇਹਦਾ ਕਈ ਦਹਾਕਿਆਂ ਤੋਂ ਚੱਲਦਾ ਪਿਆ ਤੁਹਾਡਾ ਆਪਸ ਦੇ ਵਿੱਚ ਇਜ਼ਰਾਈਲ ਦੇ ਨਾਲ ਤੇ ਹਮਾਸ ਤੇ ਹਿਜ਼ਬੁੱਲਾ ਦਾ, ਫਿਲਿਸਤੀਨ ਦਾ। ਇਹ ਤਾਂ ਕਈ ਸਾਲਾਂ ਤੋਂ ਚੱਲਦਾ ਪਿਆ ਔਰ ਇਹ ਪੋਲੀਟੀਕਲ ਗੇਮਸ ਨੇ, ਲੇਕਿਨ ਸਿਵਿਲੀਅਨਸ ਇਹਦੇ ਵਿੱਚ ਪਿਸਦੇ ਪਏ ਨੇ। ਆਟੇ ਨਾਲ ਘੁਣ ਵੀ ਪੀਸਿਆ ਜਾਂਦਾ ਹੈ, ਇਹ ਪੰਜਾਬੀ ਦੀ ਕਹਾਵਤ ਹੈ ਔਰ ਇੱਥੇ ਦੇਖਣ ਨੂੰ ਮਿਲਦੀ ਪਈ ਹੈ। ਸੋ ਇਹ ਬੱਚਿਆਂ ਦਾ ਹਾਲ ਹੈ ਔਰ ਦੇਖਣ ਨੂੰ ਇਹ ਲੱਗਦਾ ਕਿ ਇਹ ਜਿਹੜੇ ਬੱਚੇ ਨੇ ਨਾ, ਇਹ ਉਸ ਪਰਮਾਤਮਾ ਦੀ ਸੰਤਾਨ ਨਹੀਂ ਹੈਗੇ ਜਿਸ ਪਰਮਾਤਮਾ ਦੀ ਸੰਤਾਨ ਉਹ ਬੱਚੇ ਨੇ ਜਿਹੜੇ ਬਿਲਕੁਲ ਖੁਸ਼ਹਾਲ ਨੇ, ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਸਭ ਕੁਝ ਮਿਲਦਾ ਪਿਆ, ਜਿਨ੍ਹਾਂ ਦੀ ਚੰਗੀ ਪਰਵਰਿਸ਼ ਹੁੰਦੀ ਪਈ ਹੈ। ਉਹ ਕਿਸੇ ਹੋਰ ਪਰਮਾਤਮਾ ਦੇ ਬੱਚੇ ਨੇ, ਇਹ ਕਿਸੇ ਹੋਰ ਪਰਮਾਤਮਾ ਦੇ, ਕਿਸੇ ਹੋਰ ਕੁਦਰਤ ਦੇ ਬੱਚੇ ਨੇ। ਇੱਦਾਂ ਲੱਗਦਾ। ਹਾਲਾਤ ਕਿਹਨੇ ਪੈਦਾ ਕੀਤੇ? ਇਨਸਾਨ ਨੇ ਔਰ ਇਲਜ਼ਾਮ ਕੁਦਰਤ ਦੇ ਉੱਤੇ, ਕਿਉਂਕਿ ਇਨਸਾਨ ਦਾ ਸੁਭਾਅ ਹੈ ਕੁਦਰਤ ਨੂੰ ਉਲਾਂਭਾ ਦੇਣਾ, ਪਰਮਾਤਮਾ ਨੂੰ ਉਲਾਂਭਾ ਦੇਣਾ। ਇਹ ਤਾਂ ਹੈ ਹੀ ਆ। ਬਟ ਇਸ ਵਕਤ ਜੋ ਪ੍ਰੈਕਟੀਕਲ ਸਿਚੁਏਸ਼ਨ ਇਹੀ ਬਣੀ ਹੋਈ ਆ ਕਿ ਇਹਨਾਂ ਬੱਚਿਆਂ ਦਾ ਵੀ ਕੋਈ ਰੱਬ ਹੈਗਾ ਜਿਹਦੇ ਆਪਣੀ ਜਾਨ ਬਚਾਉਣ ਵਾਸਤੇ ਡਰ ਦੇ ਵਿੱਚ, ਸਹਿਮ ਦੇ ਵਿੱਚ ਇੱਧਰ ਉੱਧਰ ਭੱਜੇ ਫਿਰਦੇ ਨੇ। ਰੋਟੀ ਵੀ ਨਹੀਂ ਮਿਲਦੀ ਪਈ, ਪਤਾ ਨਹੀਂ ਕੋਈ ਬਿਮਾਰੀ ਵੀ ਨਾ ਲੱਗੀ ਹੋਵੇ। ਜੋ ਹਾਲਾਤ ਨੇ, ਬਾਰੂਦ ਸੁੰਘਦੇ ਪਏ ਨੇ, ਹਮੇਸ਼ਾ ਧੂਏ 'ਚ ਨੇ ਬਾਰੂਦ ਦੇ ਵਿੱਚ, ਪਤਾ ਨਹੀਂ ਕੋਈ ਬਿਮਾਰੀ ਨਾ ਲੱਗੀ ਹੋਵੇ। ਸੋ ਇਹ ਸਭ ਗੱਲਾਂ ਇੱਕ ਬੁਰਾ ਸੁਪਨਾ ਨੇ ਔਰ ਇਹ ਸੁਪਨਾ ਜਿੰਨੀ ਜਲਦੀ ਬੀਤ ਜਾਵੇ ਓਨਾ ਵਧੀਆ। ਔਰ ਇਤਿਹਾਸਕਾਰ ਕਹਿੰਦੇ ਨੇ ਕਿ ਇਤਿਹਾਸ ਦੇ ਵਿੱਚ ਵੀ ਕਈ ਵਾਰ ਉਪਰਾਲੇ ਕੀਤੇ ਗਏ, ਕੋਸ਼ਿਸ਼ਾਂ ਕੀਤੀਆਂ ਗਈਆਂ ਸ਼ਾਂਤੀ ਸਥਾਪਿਤ ਹੋ ਜਾਵੇ ਇਹਨਾਂ ਦੋਵਾਂ ਦੇ ਵਿਚਕਾਰ, ਫਿਲਿਸਤੀਨ ਤੇ ਇਜ਼ਰਾਈਲ ਦੇ ਵਿਚਕਾਰ। 2 ਨੇਸ਼ਨ ਥਿਊਰੀ ਵੀ ਦਿੱਤੀ ਗਈ। ਠੀਕ ਹੈ, ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ ਵਿੱਚ ਉਹ ਥਿਊਰੀ ਪੈਂਡਿੰਗ ਹੈ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਹੋਣੀ ਚਾਹੀਦੀ ਹੈ ਕਿ ਜਦੋਂ ਤੁਹਾਡੇ ਕੋਲ ਸੋਲਿਊਸ਼ਨ ਹੈਗਾ, ਕਿਸੇ ਸਮੱਸਿਆ ਦਾ ਹੱਲ ਹੈਗਾ, ਤਾਂ ਤੁਸੀਂ ਉਹ ਹੱਲ ਕਰਦੇ ਕਿਉਂ ਨਹੀਂ? ਬਟ ਇਹਦੇ ਵਿੱਚ ਫਾਇਦਾ ਕਿਹਨੂੰ ਹੈ ਵਾਰ ਦੇ ਵਿੱਚ, ਇਹ ਦੇਖਣ ਵਾਲੀ ਗੱਲ ਹੈ। ਇਸ ਕਰਕੇ ਉਹ ਸ਼ਾਂਤੀ ਕਿਉਂ ਕਰਨਗੇ ਜਦੋਂ ਵਾਰ ਦੇ ਵਿੱਚ ਫਾਇਦਾ ਹੈ? ਲੋਕ ਮਰਦੇ ਨੇ, ਮਰਨ। ਸਾਨੂੰ ਆਪਣੀ ਪਾਵਰ, ਆਪਣੀ ਸੱਤਾ ਚਾਹੀਦੀ ਹੈ। ਇਹ ਲੋਕ ਕੌਣ ਨੇ ਇਹ ਦੇਖਣਾ ਪਏਗਾ। ਔਰ ਕਿਆ ਇਹ ਵੀ ਜਾਣਦਾ ਕਿ ਸ਼ਾਂਤੀ ਕੌਣ ਨਹੀਂ ਹੋਣ ਦੇਣਾ ਚਾਹੁੰਦਾ? ਜੋ ਇਜ਼ਰਾਈਲ ਨੂੰ ਖਤਮ ਕਰਨਾ ਚਾਹੁੰਦਾ। ਹੁਣ ਇੱਥੇ ਇਹ ਵੀ ਨੁਕਤਾ ਹੁੰਦਾ ਕਿ ਫਿਲਿਸਤੀਨ ਨੂੰ ਖਤਮ ਕਰਦੇ ਪਏ ਆ ਔਰ ਗਾਜ਼ਾ ਨੂੰ ਖਤਮ ਕਰਦੇ ਪਏ ਆ, ਲੈਬਨਾਨ, ਯਮਨ, ਇਹ ਸਭ, ਸੀਰੀਆ, ਇਹ ਸਭ ਦਿਖਦੇ ਪਿਆ, ਲੇਕਿਨ ਇਨਡਾਇਰੈਕਟਲੀ ਇਜ਼ਰਾਈਲ ਨੂੰ ਖਤਮ ਕੀਤਾ ਜਾ ਰਿਹਾ, ਉਹਦੀ ਪਾਵਰ ਖਤਮ ਕੀਤੀ ਜਾ ਰਹੀ ਹੈ। ਜੋ ਇਜ਼ਰਾਈਲ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਇਹ ਯੁੱਧ ਕਰਵਾਉਣਾ ਚਾਹੁੰਦੇ ਨੇ। ਇੱਥੇ ਇੱਕ ਪੁੱਠੀ ਗੇਮ ਚੱਲਦੀ ਪਈ ਆ, ਇੱਕ ਪੁੱਠੀ ਸੋਚ ਵੀ ਹੈਗੀ ਆ। ਇਸ ਪੁਆਇੰਟ ਆਫ ਵਿਊ ਤੋਂ ਵੀ ਲੋਕ ਸੋਚਦੇ ਪਏ ਨੇ। ਫਿਰ ਇਹਦੇ 'ਚ ਪਾਵਰ ਸ਼ਿਫਟ ਕਿੱਥੋਂ ਹੋਏਗੀ? ਈਰਾਨ ਅਗਰ ਹੋਲਡ ਕਰਦਾ ਹੈ ਮਿਡਲ ਈਸਟ ਦੇ ਵਿੱਚ ਪਾਵਰ, ਤੇ ਫਿਰ ਇੱਧਰੋਂ ਇਜ਼ਰਾਈਲ ਪਾਵਰਫੁਲ ਹੋਣਾ ਚਾਹੁੰਦਾ ਹੈ। ਪਰ ਜੋ ਲੋਕ ਇਸ ਯੁੱਧ ਦੇ ਵਿੱਚ ਉਲਝਾ ਕੇ ਬੈਠੇ ਹੋਏ ਨੇ,
ਪਿਛਲੇ 1 ਸਾਲ ਤੋਂ ਇਜ਼ਰਾਈਲ ਨੂੰ ਉਹ ਕਿੱਦਾਂ ਪਾਵਰਫੁਲ ਹੋ ਸਕਦਾ, ਕਿਉਂਕਿ ਇੱਕ ਬੰਦਾ ਜਿਹਨੂੰ ਲੜਨ ਤੋਂ ਹੀ ਵੇਲ ਨਹੀਂ ਹੈਗਾ ਉਹ ਪਾਵਰਫੁਲ ਕਿੱਦਾਂ ਹੋਏਗਾ। ਉਹਦੀ ਸਾਰੀ ਪਾਵਰ ਲੜਨ 'ਚ ਲੱਗੀ ਹੋਈ ਹੈ, ਔਰ ਈਰਾਨ ਹਜੇ ਇੰਨਾ ਡਾਇਰੈਕਟਲੀ ਇਨਵੋਲਵ ਨਹੀਂ ਹੈ, ਪ੍ਰੋਕਸੀ ਵਾਰ ਖੇਡਦਾ ਪਿਆ। ਇਹ तमाम ਗੱਲਾਂ ਜੇ ਸੋਚੋ ਤਾਂ ਪੋਲਿਟਿਕਸ ਕਿੰਨੀ ਡੂੰਘੀ ਚਲੀ ਜਾਂਦੀ ਆ, ਔਰ ਇਹਦੇ ਵਿੱਚ ਲੋਕਾਂ ਦੀ ਜਿਹੜੀ ਸਫਰਿੰਗ ਆ, ਲੋਕਾਂ ਦੇ ਜਿਹੜੇ ਦੁੱਖ ਤਕਲੀਫ ਹੈ, ਉਹ ਹੱਲ ਨਹੀਂ ਹੁੰਦੇ, ਨਾ ਉਹਨਾਂ ਵੱਲ ਕਿਸੇ ਦਾ ਧਿਆਨ ਜਾਂਦਾ, ਕਿਉਂਕਿ ਇਹ ਪਾਵਰਸ ਦੀਆਂ ਔਰ ਪ੍ਰੋਫਿਟ ਦੀਆਂ ਗੇਮਸ ਚੱਲਦੀਆਂ ਰਹਿੰਦੀਆਂ ਨੇ। ਔਰ ਦਲੀਲਾਂ ਕੀ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਤਾਂ ਆਪਣੇ ਦੁਸ਼ਮਣ ਨੂੰ ਟਾਰਗੇਟ ਕਰਕੇ ਮਿਜ਼ਾਈਲਾਂ ਸੁੱਟਦੇ ਹਾਂ, ਬੰਬ ਸੁੱਟਦੇ ਹਾਂ, ਸਾਡਾ ਟਾਰਗੇਟ ਆਮ ਲੋਕ ਸਿਵਿਲੀਅਨਸ ਨਹੀਂ ਹੁੰਦੇ, ਉਹ ਇਸ ਟਾਰਗੇਟ ਦੇ ਵਿੱਚ ਆ ਜਾਂਦੇ ਨੇ ਤਾਂ ਮਾਰੇ ਜਾਂਦੇ ਨੇ। ਹੁਣ ਦੱਸੋ, ਇਹ ਬੰਬ ਪੁੱਛੇਗਾ, ਮਿਜ਼ਾਈਲ ਪੁੱਛੇਗੀ ਬਈ ਤੂੰ ਦੁਸ਼ਮਣ ਹੈ ਕਿ ਸਿਵਿਲੀਅਨ ਹੈ? ਉਹ ਤਾਂ ਚੱਲੇਗੀ। ਗੋਲੀ ਕਿਸੇ ਨੂੰ ਨਹੀਂ ਪਛਾਣਦੀ, ਗੋਲੀ ਵੱਜਦੀ ਹੈ। ਇਹ ਹੁਣ ਦਲੀਲਾਂ ਦਿੰਦੇ ਨੇ ਉਹ ਲੋਕ ਜਿਹੜੇ ਪਾਵਰਫੁਲ ਨੇ। ਹੁਣ ਗੱਲ ਇੱਥੇ ਆਉਂਦੀ ਆ ਕਿ ਇਜ਼ਰਾਈਲ ਨੂੰ ਕੀ ਰਿਸਪੌਂਡ ਕਰਨਾ ਚਾਹੀਦਾ, ਈਰਾਨ ਨੂੰ ਕੀ ਰਿਸਪੌਂਡ ਕਰਨਾ ਚਾਹੀਦਾ, ਜਾਂ ਬਾਕੀ ਲੋਕ ਜੋ ਇਹਨਾਂ ਯੁੱਧਾਂ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਕੀ ਰਿਸਪੌਂਡ ਕਰਨਾ ਚਾਹੀਦਾ, ਜਾਂ ਜਿਹੜੀਆਂ ਵੱਡੀਆਂ ਵੱਡੀਆਂ ਸੁਪਰ ਪਾਵਰਸ ਨੇ ਦੁਨੀਆ ਦੀਆਂ ਉਹਨਾਂ ਨੂੰ ਕੀ ਰਿਸਪੌਂਡ ਕਰਨਾ ਚਾਹੀਦਾ, ਜਾਂ ਫਿਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ, ਔਰ ਪੂਰੀ ਦੁਨੀਆ ਨੂੰ ਕੀ ਕਦਮ ਚੁੱਕਣੇ ਚਾਹੀਦੇ ਨੇ। ਇਹ तमाम ਗੱਲਾਂ ਸਾਹਮਣੇ ਆਉਂਦੀਆਂ ਨੇ। ਮਤਲਬ ਇਹ ਹੈ, ਦਾ ਬਾਟਮ ਲਾਈਨ ਇਜ਼, ਦੁਨੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਵੀ ਪ੍ਰੋਬਲਮਸ ਨੇ, ਚਾਹੇ ਉਹ ਪੋਲੀਟੀਕਲ ਪ੍ਰੋਬਲਮਸ ਨੇ, ਚਾਹੇ ਇਕਨੋਮਿਕਲ ਪ੍ਰੋਬਲਮਸ ਨੇ, ਚਾਹੇ ਯੁੱਧਾਂ ਦੀਆਂ ਪ੍ਰੋਬਲਮਸ ਨੇ, ਚਾਹੇ ਗਰੀਬੀ ਦੀਆਂ ਪ੍ਰੋਬਲਮਸ ਨੇ, ਚਾਹੇ ਕਲਾਈਮੇਟ ਚੇਂਜ ਜਾਂ ਵਾਟ ਐਵਰ, ਇਹ ਸਾਰੀਆਂ ਪ੍ਰੋਬਲਮਸ ਜੋ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੀ ਸਾਲਾਨਾ ਸਬਮਿਟ ਦੇ ਵਿੱਚ ਹੁਣੇ ਥੋੜ੍ਹੇ ਦਿਨ ਪਹਿਲਾਂ ਡਿਸਕਸ ਹੋਈਆਂ ਨੇ, ਸੈਪਟੰਬਰ ਮਹੀਨੇ ਵਿੱਚ ਹੀ, ਉਹਨਾਂ ਸਾਰੀਆਂ ਪ੍ਰੋਬਲਮਸ ਨੂੰ ਹੱਲ ਕਿਵੇਂ ਕਰਨਾ। ਦਾ ਬਾਟਮ ਲਾਈਨ ਇਜ਼ ਦਿਸ, ਆ ਹੈ ਸਾਰਾ ਸਵਾਲ ਕਿ ਇਹ ਸਭ ਖਤਮ ਕਿਵੇਂ ਹੋਵੇ, ਇਸ ਸਭ ਦਾ ਐਂਡ ਕਿਵੇਂ ਹੋਵੇ, ਦੀ ਐਂਡ। ਇਹ ਹੈ ਸਵਾਲ। ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਇਹਨਾਂ ਮੁੱਦਿਆਂ ਬਾਰੇ? ਜ਼ਰੂਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।